ਦਾਊਦ ਨੂੰ ਜਿੱਤਾਂ ਦੇ ਰਿਹਾ। ਕਿਸ ਤਰ੍ਹਾਂ ਪ੍ਰਭੂ ਨੇ ਦਾਊਦ ਦੇ ਰਾਜ ਦੇ ਵਿੱਚ ਇਸਰਾਇਲ ਦੇ ਰਾਜ ਨੂੰ 3 ਗੁਣਾ ਤੋਂ ਵੀ ਜ਼ਿਆਦਾ ਵਧਾ ਦਿੱਤਾ। ਔਰ ਕਿਸ ਤਰ੍ਹਾਂ ਪ੍ਰਭੂ ਜਿੱਥੇ ਵੀ ਉਹ ਜਾਂਦਾ, ਪ੍ਰਭੂ ਦੀ ਜਿੱਤ ਉਸ ਦੇ ਨਾਲ ਜਾਂਦੀ, ਪ੍ਰਭੂ ਦੀ ਹਜ਼ੂਰੀ ਉਸ ਦੇ ਨਾਲ ਜਾਂਦੀ ਆ। ਸੋ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ। ਲੇਕਿਨ ਅੱਜ ਅਸੀਂ 9ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਹਾਂ, ਔਰ 9ਵੇਂ ਭਾਵ ਦੇ ਵਿੱਚ ਹੀ ਅਸੀਂ ਉਹ ਸਾਰੀਆਂ ਜਿੱਤਾਂ ਦੇਖਦੇ ਹਾਂ ਜਿਹੜੀਆਂ ਪ੍ਰਭੂ ਦੇ ਬੰਦੇ ਨੂੰ ਮਿਲੀਆਂ। ਔਰ 8ਵੇਂ ਭਾਵ ਦੇ ਵਿੱਚ, ਦੂਸਰਾ ਸੈਮੂਅਲ ਉਹਦਾ 8ਵੇਂ ਭਾਵ ਦੇ ਵਿੱਚ ਅਸੀਂ ਦੇਖਿਆ ਕਿ ਖੁਦਾਵੰਦ ਨੇ ਜਿੱਧਰ ਨੂੰ ਵੀ ਗਿਆ ਉਸ ਨੂੰ ਜਿੱਤਾਂ ਦੇ ਨਾਲ ਮਾਲਾ ਮਾਲ ਕੀਤਾ। ਸੋ ਆਓ ਅਸੀਂ ਜ਼ਬੂਰ 9 ਦੇ ਨਾਲ ਇੱਕ ਸ਼ੁਕਰਗੁਜ਼ਾਰੀ ਦਾ ਜ਼ਬੂਰ ਆ ਕਿ ਪ੍ਰਭੂ ਤੂੰ ਮੈਨੂੰ ਜਿੱਤਾਂ ਦਿੰਦਾ, ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਦੌੜਾਇਆ, ਉਹਨਾਂ ਨੂੰ ਹਰਾਇਆ, ਔਰ ਮੇਰੇ ਤੇ ਤੂੰ ਰਹਿਮ ਕੀਤੀ। ਸੋ ਅਸੀਂ ਸ਼ੁਰੂਆਤ ਆਪਣੀ ਕਰਾਂਗੇ ਸਾਮ 9 ਦੇ ਨਾਲ, ਜਿਹੜਾ ਇੱਥੇ ਆਉਂਦਾ, ਔਰ ਉਸ ਦੀਆਂ ਸਾਰੀਆਂ ਆਇਤਾਂ ਪੜਾਂਗੇ। ਮੈਂ ਪੜ੍ਹਦੀ ਪਾਸਟਰ ਜੀ। ਪਾਸਟਰ ਜੀ ਆਵਾਜ਼ ਆਉਂਦੀ ਮੇਰੀ? ਹਾਂਜੀ ਸੁਣਾਈ। ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ, ਉਸਦੇ ਸਭ ਅਦਭੁਤ ਕੰਮ ਦਾ ਮੈਂ ਵਰਣਨ ਕਰਾਂਗਾ। ਹੇ ਪਰਮ ਪ੍ਰਧਾਨ, ਮੈਂ ਤੇਰੇ ਕਾਰਨ ਬਹੁਤ ਆਨੰਦਿਤ ਹੋਵਾਂਗਾ, ਮੈਂ ਤੇਰੇ ਨਾਂ ਦੀ ਵਡਿਆਈ ਕਰਾਂਗਾ। ਮੇਰੇ ਵੈਰੀ ਪਿਛਾਂਹ ਮੁੜ ਜਾਂਦੇ ਹਨ, ਉਹ ਤੇਰੇ ਸਾਹਮਣੇ ਡਿੱਗ ਕੇ ਨਾਸ਼ ਹੋ ਜਾਂਦੇ ਹਨ। ਤੂੰ ਸਿੰਘਾਸਨ ਉੱਤੇ ਸੱਚ ਨਿਆਂ ਕਰਤਾ ਦੇ ਵਾਂਗ ਬੈਠਦਾ ਹੈ, ਤੂੰ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਹੈ। ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਨੂੰ ਨਾਸ਼ ਕੀਤਾ ਹੈ, ਤੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਸਾਡੇ ਵੈਰੀਆਂ ਦਾ ਹਮੇਸ਼ਾ ਲਈ ਅੰਤ ਹੋ ਗਿਆ, ਤੂੰ ਉਹਨਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੀ ਯਾਦ ਤੱਕ ਖਤਮ ਹੋ ਚੁੱਕੀ ਹੈ। ਪ੍ਰਭੂ ਸਿੰਘਾਸਨ ਉੱਤੇ ਹਮੇਸ਼ਾ ਦੇ ਲਈ ਬੈਠਾ ਹੈ, ਉਸਨੇ ਨਿਆਂ ਦੇ ਲਈ ਆਪਣਾ ਸਿੰਘਾਸਨ ਲਾ ਰੱਖਿਆ ਹੈ। ਉਸਦੇ ਰਾਜ ਦਾ ਆਧਾਰ ਸੱਤ ਹੈ, ਉਹ ਕੌਮਾਂ ਦਾ ਨਿਆਂ ਸੱਚ ਤੇ ਆਧਾਰ ਤੇ ਕਰਦਾ ਹੈ। ਪ੍ਰਭੂ ਜ਼ੁਲਮ ਹੇਠ ਪਿਸ ਰਹੇ ਲੋਕਾਂ ਦਾ ਕਿਲਾ ਹੈ, ਉਹ ਦੁੱਖ ਦੇ ਸਮੇਂ ਲਈ ਉਹਨਾਂ ਦਾ ਆਸਰਾ ਹੈ। ਜੋ ਤੇਰੇ ਨਾਂ ਨੂੰ ਜਾਣਦੇ ਹਨ ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੇ ਛੱਡਦਾ ਨਹੀਂ। ਪ੍ਰਭੂ ਦੀ ਵਡਿਆਈ ਕਰੋ, ਉਹ ਸਿਓਨ ਵਿੱਚ ਰਹਿੰਦਾ ਹੈ, ਉਸਦੇ ਕੰਮਾਂ ਬਾਰੇ ਤੁਸੀਂ ਲੋਕਾਂ ਨੂੰ ਦੱਸੋ। ਉਹ ਖੂਨ ਦਾ ਬਦਲਾ ਲੈਂਦਿਆਂ ਨਿਤਾਣਿਆਂ ਨੂੰ ਯਾਦ ਕਰਦਾ ਹੈ, ਉਹ ਉਹਨਾਂ ਦੀ ਪੁਕਾਰ ਨੂੰ ਭੁੱਲਦਾ ਨਹੀਂ ਹੈ। ਹੇ ਪ੍ਰਭੂ ਤੂੰ ਮੇਰੇ ਤੇ ਦਇਆ ਕਰ, ਤੂੰ ਮੇਰੇ ਉਹਨਾਂ ਦੁੱਖਾਂ ਨੂੰ ਦੇਖ ਜੋ ਮੈਨੂੰ ਮੇਰੇ ਵੈਰੀਆਂ ਤੋਂ ਮਿਲੇ ਹਨ। ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਹੈ। ਮੈਂ ਸਿਓਨ ਦੇ ਲੋਕਾਂ ਸਾਹਮਣੇ ਤੇਰੀਆਂ ਸਭ ਵਡਿਆਈਆਂ ਬਾਰੇ ਦੱਸਾਂਗਾ। ਮੈਂ ਤੇਰੇ ਤੋਂ ਮਿਲੇ ਛੁਟਕਾਰੇ ਲਈ ਆਨੰਦਿਤ ਹੋਵਾਂਗਾ। ਪਰਾਈਆਂ ਕੌਮਾਂ ਦੇ ਲੋਕ ਆਪਣੇ ਪੁੱਟੇ ਟੋਇਆਂ ਵਿੱਚ ਆਪ ਹੀ ਡਿੱਗ ਪਏ ਹਨ, ਉਹ ਆਪ ਹੀ ਆਪਣੇ ਫੰਦਿਆਂ ਵਿੱਚ ਫਸ ਚੁੱਕੇ ਹਨ। ਪ੍ਰਭੂ ਨੇ ਆਪਣੇ ਆਪ ਨੂੰ ਆਪਣੇ ਕੀਤੇ ਨਿਆਂ ਦੇ ਦੁਆਰਾ ਪ੍ਰਗਟ ਕੀਤਾ ਹੈ। ਬੁਰੇ ਲੋਕ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿੱਚ ਫਸ ਗਏ ਹਨ। ਬੁਰੇ ਲੋਕਾਂ ਦਾ ਟਿਕਾਣਾ ਨਰਕ ਕੁੰਡ ਹੀ ਹੈ, ਉਹਨਾਂ ਕੌਮਾਂ ਦਾ ਵੀ ਜੋ ਪਰਮੇਸ਼ਰ ਨੂੰ ਭੁੱਲ ਚੁੱਕੀਆਂ ਹਨ। ਲੋੜਵੰਦ ਹਮੇਸ਼ਾ ਭੁੱਲੇ ਨਹੀਂ ਰਹਿਣਗੇ, ਨਾ ਹੀ ਗਰੀਬਾਂ ਦੀ ਉਮੀਦ ਹਮੇਸ਼ਾ ਖਤਮ ਕੀਤੀ ਜਾਵੇਗੀ। ਹੇ ਪ੍ਰਭੂ ਉੱਠ, ਮਨੁੱਖ ਨੂੰ ਆਪਣੇ ਸਾਹਮਣੇ ਆਕੀ ਨਾ ਹੋਣ ਦੇ, ਤੇਰੇ ਸਾਹਮਣੇ ਕੌਮ ਦਾ ਨਿਆਂ ਕੀਤਾ ਜਾਵੇ। ਹੇ ਪ੍ਰਭੂ ਉਹਨਾਂ ਨੂੰ ਤਾਂ ਤੂੰ ਆਪਣੇ ਪੈਰ ਹੇਠ ਕਰ, ਤੂੰ ਉਹਨਾਂ ਨੂੰ ਚਿੰਤਾ ਦੇ ਕਿ ਉਹ ਕੇਵਲ ਮਨੁੱਖ ਹੀ ਹਨ। ਆਮੀਨ। ਸੋ ਇੱਥੇ ਤੁਸੀਂ ਜਿਹੜਾ ਜ਼ਬੂਰ ਹੈਗਾ ਉਹ ਲਿਖ ਸਕਦੇ ਹਾਂ। Let me check here. ਸਾਮ 18 ਵੀ ਇੱਥੇ ਆਉਂਦਾ, ਜ਼ਬੂਰ 60 ਵੀ ਇੱਥੇ ਆਉਂਦਾ, 144 ਅਸੀਂ ਪੜਾਂਗੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਜੀ ਹਾਂਜੀ। ਦਾਊਦ ਦਾ ਭਜਨ। ਪ੍ਰਭੂ ਮੇਰੀ ਚਟਾਨ ਧਨ ਹੈ, ਉਹ ਮੇਰੇ ਹੱਥਾਂ ਨੂੰ ਯੁੱਧ ਲਈ ਤਿਆਰ ਕਰਦਾ ਹੈ ਅਤੇ ਮੈਨੂੰ ਲੜਾਈ ਲਈ ਤਿਆਰ ਕਰਦਾ ਹੈ। ਉਹ ਮੇਰੀ ਚਟਾਨ ਤੇ ਕਿਲਾ ਹੈ, ਉਹ ਮੇਰਾ ਪੱਕਾ ਗੜ੍ਹ ਅਤੇ ਬਚਾਉਣ ਵਾਲਾ ਹੈ। ਉਹ ਮੇਰੀ ਢਾਲ ਹੈ, ਉਸੇ ਦੇ ਕੋਲ ਮੈਂ ਸ਼ਰਨ ਲੈਂਦਾ ਹਾਂ। ਉਹ ਲੋਕਾਂ ਨੂੰ ਮੇਰੇ ਹੇਠ ਕਰ ਦਿੰਦਾ ਹੈ। ਹੇ ਪ੍ਰਭੂ ਮਨੁੱਖ ਕੀ ਹੈ ਕਿ ਤੂੰ ਉਸ ਉੱਤੇ ਧਿਆਨ ਕਰੇ, ਜਾਂ ਮਨੁੱਖ ਦੀ ਸੰਤਾਨ ਕੀ ਹੈ ਕਿ ਉਸ ਦੀ ਚਿੰਤਾ ਕਰੇ। ਮਨੁੱਖ ਤਾਂ ਸਾਹ ਦੀ ਤਰ੍ਹਾਂ ਹੈ, ਉਹ ਦਿਨ ਦੇ ਢਲਦੇ ਪਰਛਾਵੇਂ ਦੇ ਵਾਂਗ ਹੈ। ਹੇ ਪ੍ਰਭੂ ਤੂੰ ਸਵਰਗ ਤੋਂ ਹੇਠ ਆ, ਤੂੰ ਪਹਾੜਾਂ ਨੂੰ ਛੂਹ ਕੇ ਉਹ ਧੂਆਂ ਛੱਡਣ, ਤੂੰ ਬਿਜਲੀਆਂ ਲਿਸ਼ਕਾ ਕੇ ਆਪਣੇ ਵੈਰੀਆਂ ਨੂੰ
ਬੈਰੀਆਂ ਨੂੰ ਖੰਡਾ ਦੇਣ। ਤੂੰ ਆਪਣੇ ਤੀਰ ਛੱਡ ਕੇ ਉਹਨਾਂ ਨੂੰ ਅਖਾੜ ਦੇਣ। ਤੂੰ ਆਪਣਾ ਹੱਥ ਅੱਗੇ ਵਧਾ ਕਿ ਮੈਨੂੰ ਬਹੁਤ ਸਾਰੇ ਪ੍ਰਾਣੀਆਂ ਤੋਂ ਬਚਾ। ਤੂੰ ਮੈਨੂੰ ਪ੍ਰਾਣੀਆਂ ਦੇ ਹੱਥੋਂ ਛੁਡਾ। ਉਹ ਹਮੇਸ਼ਾ ਝੂਠ ਬੋਲਦੇ ਹਨ ਅਤੇ ਆਪਣੇ ਦਿੱਤੇ ਬਚਨਾਂ ਨੂੰ ਪੂਰਾ ਨਹੀਂ ਕਰਦੇ ਹਨ। ਹੇ ਪਰਮੇਸ਼ਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ ਅਤੇ ਸਤਾਰ ਤੇ ਤੇਰੇ ਲਈ ਭਜਨ ਗਾਵਾਂਗਾ। ਤੂੰ ਰਾਜਿਆਂ ਨੂੰ ਜਿੱਤਾਂ ਦਿੱਤੀਆਂ ਅਤੇ ਆਪਣੇ ਦਾਸ ਦਾਊਦ ਨੂੰ ਬਚਾਇਆ ਹੈ। ਤੂੰ ਮੈਨੂੰ ਭਿਅੰਕਰ ਤਲਵਾਰ ਤੋਂ ਬਚਾ ਅਤੇ ਪਰਾਇਆਂ ਦੇ ਹੱਥੋਂ ਛੁਡਾ। ਉਹ ਹਮੇਸ਼ਾ ਝੂਠ ਬੋਲਦੇ ਹਨ ਅਤੇ ਆਪਣੇ ਬਚਨਾਂ ਨੂੰ ਪੂਰਾ ਨਹੀਂ ਕਰਦੇ ਹਨ। ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਵਧੇ ਹੋਏ ਪੌਦਿਆਂ ਵਾਂਗ ਹੋਣ ਅਤੇ ਸਾਡੀਆਂ ਧੀਆਂ ਮਹਿਲਾਂ ਦੇ ਸੁੰਦਰ ਪੱਤਰਾਂ ਵਾਲੀ ਸ਼ਾਨ ਰੱਖਣ। ਸਾਡੀਆਂ ਕੋਠੀਆਂ ਹਰ ਤਰ੍ਹਾਂ ਦੇ ਅਨਾਜ ਨਾਲ ਭਰੀਆਂ ਰਹਿਣ ਅਤੇ ਸਾਡੇ ਬਾੜੇ ਅਣਗਿਣਤ ਭੇਡਾਂ ਨਾਲ ਭਰੇ ਹੋਣ। ਸਾਡੇ ਪਸ਼ੂ ਮੋਟੇ ਤੇ ਤਕੜੇ ਹੋਣ ਅਤੇ ਕਦੀ ਵੀ ਨਾ ਦੋਣ ਅਤੇ ਨਾ ਹੀ ਸਾਡੇ ਸ਼ਹਿਰ ਦੀਆਂ ਗਲੀਆਂ ਵਿੱਚ ਕਿਸੇ ਤਰ੍ਹਾਂ ਦਾ ਸੋਗ ਹੋਵੇ। ਧੰਨ ਉਹ ਲੋਕ ਹਨ ਜਿਨ੍ਹਾਂ ਨੂੰ ਇਹ ਸਭ ਅਸੀਸਾਂ ਮਿਲਦੀਆਂ ਹਨ। ਧੰਨ ਉਹ ਲੋਕ ਹਨ ਜਿਨ੍ਹਾਂ ਦਾ ਪ੍ਰਭੂ ਪਰਮੇਸ਼ਰ ਹੈ। ਆਮੀਨ। ਆਮੀਨ। ਅੱਛਾ, ਇੱਥੇ ਸਾਨੂੰ ਅਸੀਂ ਇੱਕ ਹਿੱਸਾ ਪੜਾਂਗੇ ਜਿਹੜਾ ਸਾਨੂੰ ਪਹਿਲਾਂ ਪੜ੍ਹਨਾ ਪੈਣਾ। ਉਹ ਹੈ ਦੂਸਰਾ ਸੈਮੂਅਲ। ਇਹੋ ਹੀ ਜਿਹੜਾ ਅਸੀਂ ਪੜ੍ਹਦੇ ਪਏ ਆ, ਇਸ ਦਾ 23ਵਾਂ ਚੈਪਟਰ ਸਾਨੂੰ ਇੱਥੇ ਪੜ੍ਹਨਾ ਪੈਣਾ। ਉੱਥੋਂ ਸਾਨੂੰ ਪਤਾ ਲੱਗੂਗਾ ਕਿ ਦਾਊਦ ਦੇ ਨਾਲ ਕੌਣ ਸੀ, ਦਾਊਦ ਦੇ ਨਾਲ ਕਿਹੜੇ ਬਹਾਦਰ ਲੋਕ ਸੀ ਜੋ ਪ੍ਰਭੂ ਨੇ ਉਹਦੇ ਆਲੇ ਦੁਆਲੇ ਇਕੱਠੇ ਕਰ ਦਿੱਤੇ ਸੀ। ਔਰ ਇੰਨੀਆਂ ਵੱਡੀਆਂ ਜਿੱਤਾਂ ਜਿਹੜਾ ਪ੍ਰਭੂ ਦੇ ਰਿਹਾ ਇਸ ਵੇਲੇ ਦਾਊਦ ਦੇ ਕੋਲ ਇੱਕ ਜਨਰਲ ਨਹੀਂ, ਦੋ ਜਨਰਲ ਨਹੀਂ, ਇਸ ਵੇਲੇ ਦਾਊਦ ਦੇ ਕੋਲ ਬਹੁਤ ਸਾਰੇ ਜਨਰਲ ਆ, ਕਿਉਂਕਿ ਦੇਸ਼ ਜਿਹੜਾ ਹੈਗਾ ਉਸਦੀ ਦਾਊਦ ਦੇ ਰਾਜ ਦੇ ਵਿੱਚ ਜਿਹੜਾ ਹੈਗਾ ਦੇਸ਼ ਉਸਦੀ 3 ਗੁਣਾ ਤੋਂ ਵੀ ਜ਼ਿਆਦਾ ਧਰਤੀ ਹੋ ਚੁੱਕੀ ਆ। ਮੁਆਬ ਦੇ ਉੱਤੇ ਸਾਰਾ ਅੱਜ ਜਿਹੜਾ ਸੀਰੀਆ ਆ, ਇਹ ਸਾਰਾ ਅੱਜ ਦਾ ਜਿਹੜਾ ਜੋਰਡਨ ਦਾ ਦੇਸ਼ ਆ, ਇਹ ਸਾਰੇ ਦਾ ਸਾਰਾ ਉਸ ਸਮੇਂ ਦਾ ਜਿਹੜਾ ਅਦੋਮ ਦਾ ਇਲਾਕਾ ਆ, ਉਹ ਸਾਰੇ ਦਾ ਸਾਰਾ ਜਿਹੜਾ ਪ੍ਰਭੂ ਨੇ ਉਸਦੇ ਹੱਥਾਂ ਦੇ ਵਿੱਚ ਦੇ ਦਿੱਤਾ। ਲੈਟ ਮੀ ਗੋ ਬੈਕ ਫॉर ਅ ਮਿੰਟ ਔਰ ਟ੍ਰਾਈਬ ਆਫ ਜੂਡਾ। ਸੋ ਜਿਸ ਵੇਲੇ ਅਸੀਂ ਆਹ ਸਾਰਾ ਮੈਪ ਦੇਖਦੇ ਪਏ ਆ ਤੇ ਇਸ ਮੈਪ ਦੇ ਵਿੱਚ ਸਾਰਾ ਇਲਾਕਾ ਪ੍ਰਭੂ ਨੇ ਦਾਊਦ ਦੇ ਹੱਥਾਂ ਦੇ ਵਿੱਚ ਦੇ ਦਿੱਤਾ। ਇਧਰਲੇ ਪਾਸਿਓਂ ਮੁਆਬ ਦਾ ਸਾਰਾ ਜਿਹੜਾ ਇਲਾਕਾ ਆ, ਸਿਰਫ 1/3 ਉਸਨੇ ਇਸ ਨੂੰ ਛੱਡਿਆ। ਉਹ ਇਸ ਕਰਕੇ ਛੱਡਿਆ ਕਿਉਂਕਿ ਉਹ ਅਬਰਾਹਮ ਦੇ ਭਤੀਜੇ ਦੀ ਲੂਤ ਦੀ ਸੰਤਾਨ ਆ ਔਰ ਪ੍ਰਭੂ ਦਾ ਹੁਕਮ ਆ ਕਿ ਉਹਨਾਂ ਦੀ ਸਾਰੀ ਧਰਤੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦੇ। ਮੁਆਬ ਤੇ ਅਮੋਨ ਦਾ ਖਾਤਮਾ ਆ ਉਹ ਇਜ਼ਰਾਈਲ ਦੀ ਸੰਤਾਨ ਤੋਂ ਕਦੀ ਨਹੀਂ ਹੋਏਗਾ। ਸੋ ਉਸਨੇ 2 ਹਿੱਸੇ ਤਾਂ ਉਹਨਾਂ ਦੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ, ਤੀਸਰੇ ਹਿੱਸੇ ਦੇ ਉੱਤੇ ਟੈਕਸ ਲਾਤਾ। ਸੋ ਇਹ ਸਾਰੀ ਦੀ ਸਾਰੀ ਧਰਤੀ ਇਸ ਵੇਲੇ ਉਹਦੇ ਕੋਲ ਆ। ਇਧਰੋਂ ਅਮੋਨੀਆਂ ਦੀ 2/3 ਧਰਤੀ ਤੇ ਪੂਰਾ ਕਬਜ਼ਾ, 1/3 ਉਹਨੇ ਛੱਡ ਦੇਣੀ ਆ। ਇਧਰਲੇ ਪਾਸਿਓਂ ਅਦੋਮੀਆਂ ਦੀ ਧਰਤੀ ਤੇ ਉਸਦੇ ਉੱਤੇ ਉਹਦਾ ਕਬਜ਼ਾ। ਇਧਰਲੇ ਪਾਸਿਓਂ ਅਮੈਲਾਕਾਈਟ ਜਿਹੜੀ ਧਰਤੀ ਆ ਉਹਨਾਂ ਦੇ ਉੱਤੇ ਉਸਦੇ ਪੂਰੇ ਦਾ ਪੂਰਾ ਕਬਜ਼ਾ ਆ। ਇੱਥੋਂ ਉਸਨੇ ਜਿਹੜੇ ਫਿਲਿਸਤੀਨ ਆ ਇਹਨਾਂ ਨੂੰ ਸਿਰਫ ਖੂੰਜੇ ਦੇ ਵਿੱਚ ਰਹਿਣ ਦਿੱਤਾ। ਇਸ ਇਲਾਕੇ ਦੇ ਉੱਤੇ ਦਾਊਦ ਨੇ ਆਪਣਾ ਸਾਰਾ ਕਬਜ਼ਾ ਕਰ ਲਿਆ ਔਰ ਇਸ ਕਰਕੇ ਉਹ ਗਾਂ ਇਸ ਕਰਕੇ ਨਹੀਂ ਗਿਆ ਕਿਉਂਕਿ ਗਥ ਦੇ ਰਾਜੇ ਨੇ ਉਹਦੇ ਨਾਲ ਭਲਾਈ ਕੀਤੀ ਸੀ। ਇਸ ਕਰਕੇ ਦਾਊਦ ਨੇ ਉਹਨਾਂ ਦੇ ਸਾਰੇ ਇਲਾਕੇ ਦੇ ਉੱਤੇ ਕਬਜ਼ਾ ਨਹੀਂ ਕੀਤਾ ਔਰ ਪ੍ਰਭੂ ਨੇ ਇਸ ਵੇਲੇ ਉਸਨੂੰ ਇਸ ਸਾਰੇ ਇਲਾਕੇ ਦੇ ਵਿੱਚੋਂ ਜਿੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੇਕਿਨ ਇੱਥੇ ਉੱਪਰ ਜਿਹੜਾ ਟਾਇਰ ਦਾ ਜਿਹੜਾ ਇਲਾਕਾ ਆਉਂਦਾ, ਜਿਹੜੇ ਰਾਜੇ ਆ ਇਹਨਾਂ ਨੇ ਦਾਊਦ ਦੇ ਨਾਲ ਸੰਧੀ ਕਰ ਲਈ। ਸੋ ਇਸ ਵੇਲੇ ਦਾਊਦ ਦੇ ਕੁਛ ਜਿਹੜੇ ਜਨਰਲ ਆ ਉਹ ਇਸ ਇਲਾਕੇ ਦੇ ਵਿੱਚ ਬੈਠੇ ਹੋ, ਜਿਹੜੇ ਇਸ ਦੀ ਦੇਖਭਾਲ ਕਰਦੇ ਪਏ ਆ। ਇਸੇ ਤਰ੍ਹਾਂ ਇਸ ਇਲਾਕੇ ਦੇ ਵਿੱਚ ਦਾਊਦ ਦੇ ਜਨਰਲ ਬੈਠੇ ਹੋ ਆ, ਮੁਆਬ ਦੇ ਇਲਾਕੇ ਦੇ ਵਿੱਚ ਬੈਠੇ ਹੋ ਆ, ਦਾਊਦ ਦੇ ਇਲਾਕੇ ਇਧਰੋਂ ਅਦੋਮ ਦੇ ਇਲਾਕੇ ਦੇ ਵਿੱਚ ਬੈਠੇ ਹੋ ਆ, ਅਮੈਲਾਕਾਈਟਸ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਬੈਠੇ ਆ। ਇੱਧਰ ਛਾਉਣੀਆਂ ਫਿਲਿਸਤੀਆਂ ਦੇ ਨਾਲ ਛਾਉਣੀਆਂ ਆ ਉਸ ਦੀਆਂ। ਔਰ ਇਸੇ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਵੀ ਜਿਹੜੀਆਂ ਜਗ੍ਹਾ ਤੇ ਦਾਊਦ ਦੀਆਂ ਛਾਉਣੀਆਂ ਆ ਜਿਸ ਦੇ ਨਾਲ ਸਾਰਿਆਂ ਲੋਕਾਂ ਨੂੰ ਨਿਆਂ ਮਿਲਦਾ ਪਿਆ ਔਰ ਦਾਊਦ ਇੱਕ ਭਲਾ ਰਾਜਾ ਉਹਨਾਂ ਦੇ ਲਈ ਸਾਬਤ ਹੋ ਰਿਹਾ। ਲੇਕਿਨ ਇਹ ਕੌਣ ਲੋਕ ਸੀ ਜਿਹੜੇ ਪ੍ਰਭੂ ਨੇ ਉਸ ਨੂੰ ਦਿੱਤੇ? ਮੇਰੇ ਨਾਲ ਦੂਸਰੇ ਸੈਮੂਅਲ ਦਾ ਇਸ ਦਾ 23ਵਾਂ ਭਾਵ ਕੱਢ ਲਓ ਕਿਉਂਕਿ ਉਹ ਚੈਪਟਰ ਐਕਚੁਅਲੀ ਇੱਥੇ ਆਉਂਦਾ।
ਲੇਕਿਨ ਨਬੀ ਨੇ ਉਸ ਚੈਪਟਰ ਨੂੰ ਜਿਹੜਾ ਸੀ ਉਹ ਅਖੀਰ ਦੇ ਵਿੱਚ ਜਾ ਕੇ ਸੈੱਟ ਕਰ ਦਿੱਤਾ। ਲੇਕਿਨ ਉਹ ਇੱਥੇ ਆਉਂਦਾ ਕਿ ਦਾਊਦ ਦੇ ਨਾਲ ਕਿਹੜੇ ਕਿਹੜੇ ਲੋਕ ਸੀ, ਔਰ ਇਹ ਬਹੁਤ ਦੇਖਣਾ ਜ਼ਰੂਰੀ ਹੈ। ਅਸੀਂ ਅੱਗੇ ਇਸ ਤੋਂ ਪਹਿਲਾਂ ਅਸੀਂ ਅੱਗੇ ਵਧੀਏ। ਸੋ ਦੂਸਰਾ ਭਾਵ ਉਸਦਾ ਦੂਸਰਾ ਸੈਮੂਅਲ 23ਵਾਂ ਭਾਵ। मैं पढ़ दूंगा पास्टर जी। एक मिनट ਉਹਦੀ 8ਵੀਂ ਆਇਤ ਤੋਂ ਆਪਾਂ ਸ਼ੁਰੂ ਕਰਾਂਗੇ। ਓਕੇ। ਦਾਊਦ ਦੇ ਪ੍ਰਸਿੱਧ ਯੋਧੇ ਇਹ ਸਨ। ਪਹਿਲਾ ਤਹਕਮੋਨੀ ਨਿਵਾਸੀ ਯੋਸ਼ੇਬ ਬਸ਼ਬਤ, ਜੋ ਪ੍ਰਸਿੱਧ ਤਿੰਨਾਂ ਦਾ ਆਗੂ ਸੀ। ਉਸਨੇ ਨੇਜੇ ਨਾਲ ਲੜਾਈ ਕੀਤੀ ਅਤੇ 800 ਆਦਮੀਆਂ ਨੂੰ ਇੱਕ ਵਾਰ ਨਾਲ ਮਾਰ ਸੁੱਟਿਆ ਸੀ। ਪ੍ਰਸਿੱਧ ਤਿੰਨਾਂ ਸੂਰਮਿਆਂ ਵਿੱਚੋਂ ਦੂਜਾ ਅਲਾਜ਼ਾਰ ਸੀ, ਜਿਸ ਦਾ ਪਿਤਾ ਦੋਦੀ ਸੀ ਅਤੇ ਦਾਦਾ ਅਰੋਹੀ ਸੀ। ਉਸਨੇ ਦਾਊਦ ਨਾਲ ਮਿਲ ਕੇ ਫਿਲਿਸਤੀਆਂ ਨੂੰ ਲਲਕਾਰਿਆ ਸੀ। ਉਹ ਫਿਲਿਸਤੀਆਂ ਨਾਲ ਡਟ ਕੇ ਲੜਿਆ ਅਤੇ ਉਸ ਸਮੇਂ ਤੱਕ ਲੜਦਾ ਰਿਹਾ ਜਦੋਂ ਤੱਕ ਉਸਦਾ ਹੱਥ ਉਸਦੀ ਤਲਵਾਰ ਦੀ ਮੁੱਠ ਨਾਲ ਜੁੜ ਨਹੀਂ ਗਿਆ ਸੀ। ਉਸ ਦਿਨ ਪ੍ਰਭੂ ਨੇ ਉਹਨਾਂ ਨੂੰ ਇੱਕ ਵੱਡੀ ਜਿੱਤ ਦਿੱਤੀ ਸੀ। ਤਦ ਇਜ਼ਰਾਈਲੀ ਆਦਮੀ ਅਲਾਜ਼ਾਰ ਕੋਲ ਮੁੜ ਆਏ ਅਤੇ ਉਹਨਾਂ ਨੇ ਕਤਲ ਹੋਇਆਂ ਦੇ ਹਥਿਆਰ ਉਤਾਰ ਲਏ ਸਨ। ਪ੍ਰਸਿੱਧ ਤਿੰਨਾਂ ਵਿੱਚੋਂ ਤੀਜਾ ਸ਼ਮਾ ਸੀ, ਜਿਸ ਦੇ ਪਿਤਾ ਦਾ ਨਾਂ ਹਰਾਰੀ ਸੀ। ਫਿਲਿਸਤੀ ਲੋਕ ਲੇਹੀ ਦੀ ਥਾਂ ਤੇ ਇੱਕ ਮਸਰਾਂ ਦੇ ਖੇਤ ਵਿੱਚ ਇਕੱਠੇ ਹੋਏ ਸਨ, ਤਾਂ ਇਜ਼ਰਾਈਲੀ ਉਹਨਾਂ ਤੋਂ ਡਰ ਕੇ ਨੱਠ ਗਏ ਸਨ। ਪਰ ਸ਼ਮਾ ਉਸ ਖੇਤ ਦੇ ਵਿਚਕਾਰ ਪੈਰ ਜਮਾ ਕੇ ਖੜਾ ਹੋ ਗਿਆ ਅਤੇ ਉਸਨੇ ਸਭ ਫਿਲਿਸਤੀਆਂ ਨੂੰ ਕਤਲ ਕਰਕੇ ਉਸ ਦੀ ਰੱਖਿਆ ਕੀਤੀ। ਸੋ ਪ੍ਰਭੂ ਨੇ ਉਹਨਾਂ ਨੂੰ ਵੱਡੀ ਜਿੱਤ ਦਿੱਤੀ। ਇੱਕ ਵਾਰ ਫਸਲਾਂ ਦੀ ਵਾਢੀ ਸਮੇਂ 30 ਸੂਰਮਿਆਂ ਵਿੱਚੋਂ 3 ਪ੍ਰਸਿੱਧ ਸੂਰਮੇ ਅਦੁਲਾਮ ਦੀ ਗੁਫਾ ਵਿੱਚ ਦਾਊਦ ਕੋਲ ਆਏ। ਉਸ ਸਮੇਂ ਫਿਲਿਸਤੀ ਲੋਕਾਂ ਨੇ ਆਪਣਾ ਕੈਂਪ ਰਫਾਇਮ ਦੀ ਵਾਦੀ ਵਿੱਚ ਲਾਇਆ ਹੋਇਆ ਸੀ। ਦਾਊਦ ਉਸ ਸਮੇਂ ਇੱਕ ਕਿਲੇ ਅੰਦਰ ਸੀ ਅਤੇ ਬੈਤਲਹਮ ਫਿਲਿਸਤੀਆਂ ਦੇ ਕਬਜ਼ੇ ਵਿੱਚ ਸੀ। ਉਸ ਵੇਲੇ ਦਾਊਦ ਨੇ ਪਾਣੀ ਲਈ ਤਰਸਦੇ ਹੋਏ ਕਿਹਾ, ਕਾਸ਼ ਇੱਥੇ ਕੋਈ ਆਦਮੀ ਹੁੰਦਾ ਜੋ ਉਸ ਖੂਹ ਵਿੱਚੋਂ ਪਾਣੀ ਲਿਆ ਕੇ ਮੈਨੂੰ ਪਿਲਾਉਂਦਾ ਜੋ ਬੈਤਲਹਮ ਦੇ ਫਾਟਕ ਕੋਲ ਹੈ। ਇਹ ਸੁਣ ਕੇ ਤਿੰਨੇ ਪ੍ਰਸਿੱਧ ਸੂਰਮੇ ਆਦਮੀ ਨਿਕਲੇ ਅਤੇ ਉਹਨਾਂ ਨੇ ਫਿਲਿਸਤੀਆਂ ਦੇ ਕੈਂਪ ਨੂੰ ਪਾਰ ਕਰਕੇ ਬੈਤਲਹਮ ਦੇ ਫਾਟਕ ਲਾਗਲੇ ਖੂਹ ਤੋਂ ਕੁਝ ਪਾਣੀ ਕੱਢਿਆ ਅਤੇ ਉਹ ਲੈ ਕੇ ਵਾਪਸ ਦਾਊਦ ਕੋਲ ਲੈ ਆਏ। ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਪਾਣੀ ਉਸਨੇ ਪ੍ਰਭੂ ਅੱਗੇ ਭੇਂਟ ਦੇ ਤੌਰ ਤੇ ਡੋਲ ਦਿੱਤਾ। ਉਸਨੇ ਕਿਹਾ, ਪ੍ਰਭੂ, ਮੈਂ ਇਹ ਪਾਣੀ ਨਹੀਂ ਪੀ ਸਕਦਾ ਹਾਂ, ਕਿਉਂਕਿ ਇਹ ਇਹਨਾਂ ਲੋਕਾਂ ਦੇ ਲਹੂ ਦੇ ਬਰਾਬਰ ਹੈ, ਜਿਨ੍ਹਾਂ ਆਪਣੀਆਂ ਜਾਨਾਂ ਹਥੇਲੀ ਉੱਤੇ ਰੱਖ ਕੇ ਲਿਆਂਦਾ ਹੈ। ਇਸ ਤਰ੍ਹਾਂ ਦਾਊਦ ਨੇ ਉਹ ਪਾਣੀ ਨਾ ਪੀਤਾ। ਸੋ ਇਹ ਕੰਮ ਸਨ ਜੋ ਤਿੰਨਾਂ ਪ੍ਰਸਿੱਧਾਂ ਯੋਧਿਆਂ ਨੇ ਕੀਤੇ ਸਨ। ਅਬੀਸ਼ਈ, ਜੋ ਯੋਆਬ ਦਾ ਭਰਾ ਸੀ, ਜਿਨ੍ਹਾਂ ਦੀ ਮਾਂ ਸਰੂਆ ਸੀ, ਵੀ ਇੱਕ ਪ੍ਰਸਿੱਧ ਸੂਰਮਾ ਸੀ। ਉਹ 30 ਸੂਰਮਿਆਂ ਦਾ ਆਗੂ ਸੀ। ਉਹ ਨੇਜਾ ਹੱਥ ਵਿੱਚ ਲੈ ਕੇ 300 ਆਦਮੀਆਂ ਨਾਲ ਲੜਿਆ ਸੀ ਅਤੇ ਉਹਨਾਂ ਨੂੰ ਮਾਰ ਕੇ 30 ਸੂਰਮਿਆਂ ਦੇ ਵਿੱਚ ਪ੍ਰਸਿੱਧ ਹੋ ਗਿਆ ਸੀ। ਸੋ 30 ਸੂਰਮਿਆਂ ਦਾ ਆਗੂ ਬਣ ਗਿਆ, ਪਰ ਉਸਨੇ 3 ਪ੍ਰਸਿੱਧ ਸੂਰਮਿਆਂ ਵਾਲੀ ਪ੍ਰਸਿੱਧੀ ਪ੍ਰਾਪਤ ਨਹੀਂ ਕੀਤੀ ਸੀ। ਬਨਾਇਆ ਯੋਯਾਦਾ ਦਾ ਪੁੱਤਰ ਗਬਜ਼ੇਲ ਨਿਵਾਸੀ ਇੱਕ ਹੋਰ ਸੂਰਮਾ ਸੀ। ਉਸਨੇ ਵੱਡੇ ਵੱਡੇ ਕੰਮ ਕੀਤੇ ਸਨ। ਉਸਨੇ 2 ਵੱਡੇ ਮੁਆਬੀ ਯੋਧਿਆਂ ਨੂੰ ਮਾਰਿਆ ਸੀ ਅਤੇ ਇੱਕ ਕੋਰੇ ਵਾਲੀ ਰਾਤ ਨੂੰ ਜਾ ਕੇ ਇੱਕ ਸ਼ੇਰ ਨੂੰ ਵੀ ਮਾਰਿਆ ਸੀ। ਉਸਨੇ ਇੱਕ ਵੱਡੇ ਬਹਾਦਰ ਮਿਸਰੀ ਨੂੰ ਵੀ ਮਾਰਿਆ ਸੀ, ਜਿਸ ਦੇ ਹੱਥ ਵਿੱਚ ਵਰਸ਼ਾ ਸੀ, ਪਰ ਬਨਾਇਆ ਕੇਵਲ ਇੱਕ ਲਾਠੀ ਲੈ ਕੇ ਉਸ ਉੱਤੇ ਕੁੱਦ ਪਿਆ ਤੇ ਉਸਨੇ ਉਸ ਮਿਸਰੀ ਦਾ ਵਰਸ਼ਾ ਖੋ ਕੇ ਉਸ ਨਾਲ ਉਸਨੂੰ ਕਤਲ ਕਰ ਦਿੱਤਾ ਸੀ। ਸੋ ਇਹ ਕੁਝ ਬਹਾਦਰੀ ਦੇ ਕੀਤੇ ਕੰਮ ਬਨਾਇਆ ਦੇ ਸਨ, ਜੋ 30 ਸੂਰਮਿਆਂ ਵਿੱਚੋਂ ਇੱਕ ਸੀ। ਉਹ 30 ਵਿੱਚ ਤਾਂ ਉੱਚੀ ਥਾਂ ਦਾ ਮਾਲਕ ਸੀ, ਪਰ 3 ਪ੍ਰਸਿੱਧ ਸੂਰਮਿਆਂ ਦੇ ਬਰਾਬਰ ਨਹੀਂ ਸੀ। 30 ਸੂਰਮਿਆਂ ਦੀ ਸੂਚੀ ਵਿੱਚ ਬਾਕੀ ਦੇ ਨਾਂ ਇਹ ਸਨ: ਅਸ਼ਾਏਲ ਯੋਆਬ ਦਾ ਭਰਾ, ਅਲਹਨਾਨ ਬੈਤਲਹਮ ਨਿਵਾਸੀ ਦੋਦੇ ਦਾ ਪੁੱਤਰ, ਸ਼ਮਾ ਹਰੋਦ ਨਿਵਾਸੀ, ਅਲੀਕਾ ਹਰੋਦ ਨਿਵਾਸੀ, ਹਲਸ ਪਲਟ ਨਿਵਾਸੀ, ਈਰਾ ਤਕੋਈ ਨਿਵਾਸੀ ਇਕੇਸ਼ ਦਾ ਪੁੱਤਰ, ਅਬੀ ਅਜ਼ਰ ਅੰਥੋਤ ਨਿਵਾਸੀ, ਮੰਬੁਨਈ ਹੁਸ਼ਾਬ ਨਿਵਾਸੀ, ਸਲਮੋਨ ਅਹੋ ਨਿਵਾਸੀ, ਮਹਿਰਈ ਨਟੋਫਾਤ ਨਿਵਾਸੀ, ਹੇਲਬ ਨਟੋਫਾਤ ਨਿਵਾਸੀ ਬਨਾਇਆ ਦਾ ਪੁੱਤਰ, ਇਤਈ ਬਿਨਯਾਮੀਨ ਦੇ ਨਗਰ ਗਿਬਾ ਨਿਵਾਸੀ ਰਬਈ ਦਾ ਪੁੱਤਰ, ਬਨਾਇਆ ਪਿਰਾਥੋਨ ਨਿਵਾਸੀ ਹਿਦਈ ਗਿਆਸ਼ ਦੇ ਲਾਗੇ ਵਾਦੀਆਂ ਦੇ ਲਾਗੇ ਰਹਿਣ ਵਾਲਾ ਸੀ, ਅਬੀ ਅਲਬੋਨ ਅਰਬਾਬ ਨਿਵਾਸੀ, ਅਜ਼ਮਾਵਤ ਬਰਹਮ ਨਿਵਾਸੀ, ਅਲ ਯਹਬਾ ਸ਼ੈਲਬੋਨ ਨਿਵਾਸੀ, ਯੋਨਾਥਾਨ ਯਾਸੇਨ ਦੇ ਪੁੱਤਰਾਂ ਵਿੱਚੋਂ ਸ਼ਮਾ ਹਰਾਰ ਨਿਵਾਸੀ, ਅਹਿਯਾਮ ਅਰਾਰ ਨਿਵਾਸੀ ਸ਼ਰਾਰ ਦਾ ਪੁੱਤਰ, ਅਲੀ ਫਲਟ ਮਹਿਕਾਤ ਨਿਵਾਸੀ ਸਬਈ ਦਾ ਪੁੱਤਰ,
ਅਲਿਆਮ ਗਿਲੋਨ ਨਿਵਾਸੀ ਅਹੀਥੋਫਲ ਦਾ ਪੁੱਤਰ, ਹਸਰਈ ਕਰਮਲ ਨਿਵਾਸੀ, ਪੈਰਈ ਅਰਬ ਨਿਵਾਸੀ, ਯਿਗਾਲ ਦੋਬਾ ਨਿਵਾਸੀ ਨਾਥਾਨ ਦਾ ਪੁੱਤਰ, ਥਾਨੀ ਗਾਦ ਨਿਵਾਸੀ, ਸਲਕ ਅਮੋਨ ਨਿਵਾਸੀ, ਨਹਿਰਈ ਬੈਰੋਥ ਨਿਵਾਸੀ ਜੋ ਯੋਆਬ ਦਾ ਹਥਿਆਰ ਚੁੱਕਣ ਵਾਲਾ ਸੀ, ਈਰਾ ਯਥਰ ਨਿਵਾਸੀ, ਗਾਰੇਬ ਯਥਰ ਨਿਵਾਸੀ, ਊਰੀਆ ਜੋ ਹਿੱਤੀ ਸੀ, ਸਭ ਮਿਲ ਕੇ ਪ੍ਰਸਿੱਧ ਸੂਰਮਿਆਂ ਦੀ ਗਿਣਤੀ 37 ਸੀ। ਠੀਕ ਹੈ ਜੀ। ਸੋ ਇੱਥੇ ਜਿਹੜਾ ਹੁਣ ਆਖਰੀ ਜਾ ਕੇ ਅਸੀਂ ਦੇਖਿਆ ਜਿੱਥੇ ਲਿਖਿਆ ਕਿ ਯੁਰਾਇਆ ਉਰੀਆ ਜੋ ਇੱਕ ਹਿੱਤੀ ਸੀ, ਉਹ ਇੱਕ ਜਨਰਲ ਸੀ, ਉਹ ਹਿੱਤੀ ਸੀ, ਉਹ ਇੱਕ ਜਨਰਲ ਸੀ ਔਰ ਉਸ ਦਾਊਦ ਦੀਆਂ ਸਾਰੀਆਂ ਜਿੱਤਾਂ ਦੇ ਵਿੱਚ ਉਹ ਸ਼ਾਮਲ ਸੀ। ਦਾਊਦ ਦੇ ਨਾਲ ਯੁਰਾਇਆ ਉਦੋਂ ਵੀ ਸੀ ਜਦੋਂ ਦਾਊਦ ਜੰਗਲਾਂ ਦੇ ਵਿੱਚ ਦੌੜਾ ਫਿਰਦਾ ਸੀ, ਆਪਣੀ ਜਾਨ ਲੁਕਾਉਂਦਾ ਫਿਰਦਾ ਸੀ, ਕਿਉਂਕਿ ਉਹਨੂੰ ਜਿਹੜਾ ਸਾਊਲ ਰਾਜਾ ਆ ਉਸਨੂੰ ਲੱਭਦਾ ਫਿਰਦਾ ਸੀ, ਉਸਨੂੰ ਮਾਰਨ ਨੂੰ ਫਿਰਦਾ ਸੀ। ਔਰ ਉਸ ਵੇਲੇ ਵੀ ਯੁਰਾਇਆ ਜਿਹੜਾ ਸੀ ਉਹ ਦਾਊਦ ਦੇ ਨਾਲ ਸੀ। ਦਾਊਦ ਦੇ ਨਾਲ ਤੁਸੀਂ ਇਹ ਕਹਿ ਸਕਦੇ ਹਾਂ ਅਸੀਂ ਕਿ ਉਸ ਵੇਲੇ ਇਹ ਬਹੁਤ ਛੋਟੀ ਉਮਰ ਦਾ ਸੀਗਾ, ਲੇਕਿਨ ਇਸਨੇ ਦਾਊਦ ਦਾ ਹਮੇਸ਼ਾ ਸਾਥ ਦਿੱਤਾ। ਸੋ ਇਹ ਚੀਜ਼ ਜਿਹੜੀ ਇੱਕ ਆ, ਇਹ ਚੇਤੇ ਰੱਖਣ ਦੇ ਯੋਗ ਆ। ਇੱਕੋ ਹੀ ਦੂਸਰੀ ਕੌਮ ਦੇ ਵਿੱਚੋਂ ਇਨਸਾਨ ਹਿੱਤੀ ਆ, ਉਸਨੇ ਪ੍ਰਭੂ ਯਿਸੂ ਮਸੀਹ, ਉਸਨੇ ਪ੍ਰਭੂ ਜਿਹੜਾ ਇਹਨਾਂ ਦਾ ਪ੍ਰਭੂ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ, ਯਾਹਵੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਬੂਲ ਕੀਤਾ। ਇਹਨਾਂ ਨੂੰ ਗਾਡ ਫੀਅਰਿੰਗ ਜਿਊ ਕਿਹਾ ਜਾਂਦਾ ਸੀ। ਗਾਡ ਫੀਅਰਿੰਗ ਜਿਊ ਜਿਹੜੀਆਂ ਦੂਸਰੀਆਂ ਕੌਮਾਂ ਦੇ ਵਿੱਚੋਂ ਪ੍ਰਭੂ ਦੇ ਕੋਲ ਆਉਂਦੇ ਸੀ। ਸੋ ਇਹ ਇੱਕ ਐਸਾ ਇਨਸਾਨ ਸੀ ਜੋ ਫੌਜ ਦੇ ਵਿੱਚ ਵੀ ਸੀ ਔਰ ਇੱਕ ਜਨਰਲ ਸੀ, ਇੱਕ ਜਨਰਲ ਸੀ ਜਿਹਦੇ ਅਧੀਨ ਫੌਜਾਂ ਸੀ, ਜੋ ਦਾਊਦ ਦੀ ਖਾਤਰ ਲੜਦਾ ਸੀ। ਸੋ ਇਸ ਨੂੰ ਚੇਤੇ ਰੱਖਣ ਦੀ ਜ਼ਰੂਰਤ ਹੈ। ਦੂਸਰਾ, ਅਸੀਂ ਜਦੋਂ ਇੱਥੇ ਦੁਬਾਰਾ ਆ ਜਾਵਾਂਗੇ ਅਸੀਂ ਫਿਰ ਉਸ ਵੇਲੇ ਅਸੀਂ ਜ਼ਬੂਰ ਪੜਾਂਗੇ ਜਿਹੜਾ ਦਾਊਦ ਨੇ ਪ੍ਰਭੂ ਦੇ ਸਾਹਮਣੇ 22ਵਾਂ ਵੀ ਐਕਚੁਅਲੀ ਜਿਹੜਾ ਜ਼ਬੂਰ ਜਿਹੜਾ 22ਵਾਂ ਚੈਪਟਰ ਆ ਇਸ ਦਾ, ਉਹ ਵੀ ਐਕਚੁਅਲੀ ਇੱਥੇ ਹੀ ਆਉਂਦਾ ਕਿ ਜਿਸ ਵੇਲੇ ਦਾਊਦ ਆਪਣੀਆਂ ਜੰਗਾਂ ਖਤਮ ਕਰਕੇ ਵਾਪਸ ਇਜ਼ਰਾਈਲ ਦੇ ਵਿੱਚ ਆ ਗਿਆ ਤੇ ਉਸਨੇ ਪ੍ਰਭੂ ਦੇ ਸਾਹਮਣੇ ਇੱਕ ਆਪਣੇ ਸਾਰੇ ਯੋਧਿਆਂ ਨੂੰ ਲੈ ਕੇ ਆਇਆ, ਜਿੱਤਾਂ ਪ੍ਰਾਪਤ ਕਰਕੇ ਆਇਆ, ਸੋਨੇ ਚਾਂਦੀ ਦੇ ਗੱਡੇ ਲੱਦੇ ਹੋਆ ਜਿਹੜੇ ਆ ਰਹੇ ਆ, ਔਰ ਉਸਨੇ ਆ ਕੇ ਪ੍ਰਭੂ ਦੇ ਲਈ ਜਿਹੜਾ ਇੱਕ ਗੀਤ ਗਾਇਆ, ਜਿਹੜਾ ਉਹ ਗੀਤ ਇੱਥੇ 22ਵੇਂ ਚੈਪਟਰ ਦੇ ਵਿੱਚ ਆਉਂਦਾ। ਸੋ ਆਓ ਏਦਾਂ ਕਰਦੇ ਹਾਂ, ਇਸ ਨੂੰ ਆਪਾਂ ਰਹਿਣ ਦਿੰਦੇ ਹਾਂ, ਇਸ ਨੂੰ ਆਪਾਂ ਦੁਆਰਾ ਅੱਗੇ ਜਾ ਕੇ ਪੜਾਂਗੇ। ਸੋ ਹੁਣ ਅਸੀਂ ਦਾਊਦ ਨੇ ਹੁਣ ਆਪਣੇ ਵਾਅਦੇ ਰੱਖਣੇ ਸ਼ੁਰੂ ਕਰਨੇ ਆ। ਸੋ 9ਵੇਂ ਭਾਵ ਦੇ ਵਿੱਚ ਅਸੀਂ ਆ ਗਏ ਹਾਂ ਔਰ ਇੱਥੇ ਅਸੀਂ ਬੇਸਿਕਲੀ 1016 ਜਿਹੜਾ ਸਨ ਉਸ ਦੇ ਵਿੱਚ ਹੀ ਚੱਲਦੇ ਪਏ ਹਾਂ। ਸੋ ਆਓ ਅਸੀਂ 9ਵਾਂ ਭਾਵ ਇਸ ਦੀਆਂ ਸਿਰਫ 13 ਆਇਤਾਂ, ਆਓ ਇਸ ਨੂੰ ਪੜ੍ਹੀਏ। ਮੈਂ ਪੜ੍ਹ ਦੇਣੀ ਪਾਸਟਰ ਜੀ। ਦਾਊਦ ਅਤੇ ਮਫੀਬੋਸ਼ਤ। ਇੱਕ ਦਿਨ ਦਾਊਦ ਨੇ ਪੁੱਛਿਆ ਕਿ ਸਾਊਲ ਦੇ ਟੱਬਰ ਵਿੱਚੋਂ ਪਿੱਛੇ ਕੋਈ ਬਚਿਆ ਹੈ? ਮੈਂ ਆਪਣੇ ਮਿੱਤਰ ਜੋਨਾਥਾਨ ਦੇ ਕਾਰਨ ਉਸ ਉੱਤੇ ਦਇਆ ਕਰਨੀ ਚਾਹੁੰਦਾ ਹਾਂ। ਸਾਊਲ ਦੇ ਘਰ ਦਾ ਇੱਕ ਨੌਕਰ ਸੀਬਾ ਨਾਂ ਦਾ ਸੀ। ਸੀਬਾ ਨੂੰ ਰਾਜਾ ਦਾਊਦ ਕੋਲ ਸੱਦਿਆ ਗਿਆ ਤੇ ਰਾਜਾ ਨੇ ਉਸ ਤੋਂ ਪੁੱਛਿਆ ਕਿ ਤੂੰ ਸੀਬਾ ਹੈ? ਉਸਨੇ ਉੱਤਰ ਦਿੱਤਾ, ਜੀ ਮੈਂ ਤੁਹਾਡਾ ਦਾਸ ਸੀਬਾ ਹੀ ਹਾਂ। ਰਾਜਾ ਦਾਊਦ ਨੇ ਸੀਬਾ ਤੋਂ ਪੁੱਛਿਆ ਕਿ ਸਾਊਲ ਦੇ ਟੱਬਰ ਵਿੱਚੋਂ ਪਿੱਛੇ ਕੋਈ ਬਚਿਆ ਹੈ ਜਿਸ ਉੱਤੇ ਮੈਂ ਪਰਮੇਸ਼ਰ ਵੱਲੋਂ ਦਇਆ ਕਰਾਂ? ਸੀਬਾ ਨੇ ਉੱਤਰ ਦਿੱਤਾ, ਜੋਨਾਥਾਨ ਦਾ ਇੱਕ ਪੁੱਤਰ ਪਿੱਛੇ ਬਚਿਆ ਜੋ ਪੈਰਾਂ ਤੋਂ ਲੰਘਾ ਹੈ। ਉਹ ਕਿੱਥੇ ਹੈ? ਰਾਜਾ ਨੇ ਪੁੱਛਿਆ। ਸੀਬਾ ਨੇ ਉੱਤਰ ਦਿੱਤਾ, ਉਹ ਲੋਦਬਾਰ ਨਗਰ ਵਿੱਚ ਅਮੀਏਲ ਦੇ ਪੁੱਤਰ ਮਕੀਰ ਦੇ ਘਰ ਵਿੱਚ ਹੈ। ਸੋ ਦਾਊਦ ਨੇ ਲੋਦਬਾਰ ਵਿੱਚ ਅਮੀਏਲ ਦੇ ਘਰੋਂ ਉਸਨੂੰ ਲੈਣ ਲਈ ਆਦਮੀ ਘੱਲੇ। ਮਫੀਬੋਸ਼ਤ ਸਾਊਲ ਦੇ ਪੋਤਰੇ ਅਤੇ ਜੋਨਾਥਾਨ ਦਾ ਪੁੱਤਰ ਨੇ ਦਾਊਦ ਕੋਲ ਪਹੁੰਚ ਕੇ ਉਸਦੇ ਚਰਨੀ ਪੈ ਕੇ ਪ੍ਰਣਾਮ ਕੀਤਾ। ਤਾਂ ਦਾਊਦ ਨੇ ਕਿਹਾ, ਮਫੀਬੋਸ਼ਤ, ਅਤੇ ਉਸ ਨੇ ਉੱਤਰ ਦਿੱਤਾ, ਤੇਰਾ ਦਾਸ ਹਾਜ਼ਰ ਹੈ। ਦਾਊਦ ਨੇ ਉਸਨੂੰ ਕਿਹਾ, ਤੂੰ ਕਿਸੇ ਚੀਜ਼ ਦੀ ਚਿੰਤਾ ਨਾ ਕਰ, ਮੈਂ ਤੇਰੇ ਉੱਤੇ ਤੇਰੇ ਪਿਤਾ ਜੋਨਾਥਾਨ ਦੇ ਕਾਰਨ ਦਇਆ ਕਰਾਂਗਾ। ਮੈਂ ਤੇਰੇ ਦਾਦੇ ਸਾਊਲ ਦੀ ਸਾਰੀ ਜ਼ਮੀਨ ਤੈਨੂੰ ਦੇ ਦੇਵਾਂਗਾ ਤੇ ਤੂੰ ਹਰ ਰੋਜ਼ ਖਾਣਾ ਮੇਰੇ ਖਾਣੇ ਦੀ ਮੇਜ਼ ਤੋਂ ਖਾਵੇਂਗਾ।
ਮਫੀਬੋਸ਼ਤ ਨੇ ਉੱਤਰ ਦਿੱਤਾ, ਤੇਰਾ ਇਹ ਦਾਸ ਤਾਂ ਇੱਕ ਕੁੱਤੇ ਦੇ ਬਰਾਬਰ ਵੀ ਨਹੀਂ ਹੈ, ਫਿਰ ਵੀ ਤੂੰ ਮੇਰੇ ਨਾਲ ਇੰਨਾ ਭਲਾ ਵਰਤਾਓ ਕਰ ਰਿਹਾ ਹੈ। ਫਿਰ ਦਾਊਦ ਨੇ ਸਾਊਲ ਦੇ ਦਾਸ ਸੀਬਾ ਨੂੰ ਸੱਦ ਕੇ ਕਿਹਾ, ਮੈਂ ਤੇਰੇ ਮਾਲਕ ਅਤੇ ਉਸਦੇ ਟੱਬਰ ਦੀ ਸਾਰੀ ਜਾਇਦਾਦ ਉਸਦੇ ਪੁੱਤਰੇ ਨੂੰ ਦੇ ਰਿਹਾ ਹਾਂ, ਇਸ ਲਈ ਤੂੰ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸਦੀ ਜ਼ਮੀਨ ਦੀ ਵਾਹੀ ਕਰੋਗੇ ਤੇ ਉਸ ਤੋਂ ਪੈਦਾ ਹੋਈ ਫਸਲ ਸਾਊਲ ਦੇ ਟੱਬਰ ਨੂੰ ਖਾਣ ਲਈ ਦੇਵੋਗੇ, ਪਰ ਮਫੀਬੋਸ਼ਤ ਹਮੇਸ਼ਾ ਮੇਰੇ ਖਾਣੇ ਦੀ ਮੇਜ਼ ਤੋਂ ਖਾਵੇਗਾ। ਸੀਬਾ ਦੇ 15 ਪੁੱਤਰ ਅਤੇ 20 ਨੌਕਰ ਸਨ। ਸੀਬਾ ਨੇ ਦਾਊਦ ਨੇ ਉੱਤਰ ਦਿੱਤਾ, ਤੇਰਾ ਇਹ ਦਾਸ ਤੇਰੇ ਕਹੇ ਅਨੁਸਾਰ ਸਭ ਕੁਝ ਕਰੇਗਾ। ਸੋ ਮਫੀਬੋਸ਼ਤ ਰਾਜਾ ਦੀ ਮੇਜ਼ ਤੇ ਰਾਜਾ ਆਪਣੇ ਪੁੱਤਰ ਵਾਂਗ ਬੈਠ ਕੇ ਭੋਜਨ ਕਰਦਾ ਸੀ। ਮਫੀਬੋਸ਼ਤ ਦਾ ਇੱਕ ਛੋਟਾ ਜਿਹਾ ਪੁੱਤਰ ਸੀ ਜਿਸ ਦਾ ਨਾਮ ਮੀਕਾ ਸੀ। ਸੀਬਾ ਦੇ ਟੱਬਰ ਦੇ ਸਭ ਲੋਕ ਮਫੀਬੋਸ਼ਤ ਦੇ ਸੇਵਕ ਸਨ। ਮਫੀਬੋਸ਼ਤ ਦੋਹਾਂ ਪੈਰਾਂ ਤੋਂ ਲੰਮਾ ਸੀ, ਪਰ ਉਹ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਰਾਜਾ ਦੀ ਮੇਜ਼ ਤੋਂ ਭੋਜਨ ਕਰਦਾ ਸੀ। ਆਮੀਨ। ਸੋ ਅਸੀਂ ਪਿੱਛੇ ਪੜ੍ਹਿਆ, ਜਿਸ ਵੇਲੇ ਅਸੀਂ ਪਹਿਲਾ ਸੈਮੂਅਲ ਪੜ੍ਹਦੇ ਪਏ ਸੀਗੇ, ਤਾਂ ਜਿਸ ਵੇਲੇ ਯੋਨਾਥਨ ਨੇ ਦੇਖ ਲਿਆ ਕਿ ਉਹਦਾ ਬਾਪ ਸੱਚਮੁੱਚ ਉਸ ਨੂੰ ਮਾਰਨਾ ਮੰਗਦਾ, ਸੱਚਮੁੱਚ ਉਹ ਉਸਦੇ ਉੱਤੇ ਬੁਰੀ ਆਤਮਾ ਦਾ ਪਹਿਰਾ ਆ, ਉਹ ਸਮਝਦਾ ਨਹੀਂ ਪਿਆ ਕਿ ਪ੍ਰਭੂ ਨੇ ਜਿੱਥੇ ਨਾ ਕਰ ਦਿੱਤੀ ਆ, ਉਹ ਉੱਥੇ ਕੋਈ ਵੀ ਹਾਂ ਨਹੀਂ ਕਰ ਸਕਦਾ। ਉਹ ਅੱਛੀ ਤਰ੍ਹਾਂ ਜਾਣਦਾ ਇਸ ਚੀਜ਼ ਨੂੰ, ਔਰ ਉਸਨੇ ਕਿਹਾ ਸੀ ਕਿ ਮੈਨੂੰ ਪਤਾ ਆ ਕਿ ਪ੍ਰਭੂ ਨੇ ਤੈਨੂੰ ਰਾਜਾ ਹੋਣ ਦੇ ਲਈ ਚੁਣਿਆ। ਅਗਰ ਮੈਂ ਜਿੰਦਾ ਰਿਹਾ ਤਾਂ ਮੈਂ ਤੇਰਾ ਜਨਰਲ ਬਣੂੰਗਾ, ਨੰਬਰ 2 ਤੇ ਹੋਊਂਗਾ, ਪਰ ਅਗਰ ਮੈਂ ਨਹੀਂ ਜਿੰਦਾ ਰਿਹਾ ਤੇ ਮੇਰੇ ਪਰਿਵਾਰ ਦਾ ਨਾਂ ਖਤਮ ਨਾ ਹੋਊਗਾ। ਸੋ ਦਾਊਦ ਨੇ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਤਰ੍ਹਾਂ ਕਦੀ ਨਹੀਂ ਕਰੂੰਗਾ, ਮੇਰੇ ਹੱਥੋਂ ਤੇਰੇ ਪਰਿਵਾਰ ਦਾ ਕੋਈ ਜਾਨ ਨਹੀਂ ਮਿਲੇਗਾ। ਔਰ ਹਾਲੇ ਤੱਕ ਦਾਊਦ ਦੇ ਹੱਥੋਂ ਕੋਈ ਨਹੀਂ ਮਿਲਿਆ। ਬਿਨਯਾਮੀਨ ਦੇ ਕਬੀਲੇ ਨੇ ਬਿਨਯਾਮੀਨ ਦੇ ਕਬੀਲਿਆਂ ਨੂੰ ਦੇ ਲੋਕਾਂ ਨੂੰ ਮਾਰ ਦਿੱਤਾ। ਦਾਊਦ ਦੇ ਹੱਥੋਂ ਕੋਈ ਨਹੀਂ, ਦਾਊਦ ਦੇ ਹੱਥ ਤੇ ਕੋਈ ਲਹੂ ਨਹੀਂ। ਈਵਨ ਅਬਨੇਰ ਵੀ ਜਿਹੜਾ ਮਰਿਆ, ਉਹਦੇ ਤੇ ਵੀ ਉਹਦੇ ਵਿੱਚ ਵੀ ਦਾਊਦ ਦਾ ਕੋਈ ਹੱਥ ਨਹੀਂ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਿਆ ਕਿ ਜਿਸ ਲਈ ਸਾਊਲ ਦੇ ਹਥਿਆਰ ਉਸਨੇ ਚੁੱਕ ਲਏ ਸੀ ਔਰ ਉਸਦੀ ਸੁਰਾਹੀ ਚੁੱਕ ਲਈ ਸੀ, ਔਰ ਉਹ ਉੱਤੋਂ ਪਹਾੜ ਤੋਂ ਬੋਲਿਆ ਸੀ ਕਿ ਮੈਂ ਜੇ ਚਾਹੁੰਦਾ ਤੇ ਮੈਂ ਤੈਨੂੰ ਅੱਜ ਖਤਮ ਕਰ ਸਕਦਾ ਸੀ। ਤੇ ਸਾਊਲ ਨੇ ਵੀ ਕਿਹਾ ਸੀ ਕਿ ਦੇਖ, ਮੈਨੂੰ ਪਤਾ ਆ ਕਿ ਤੈਨੂੰ ਪ੍ਰਭੂ ਨੇ ਰਾਜਾ ਹੋਣ ਦੇ ਲਈ ਚੁਣਿਆ, ਪਰ ਮੇਰੇ ਪਰਿਵਾਰ ਦਾ ਨਾਮ ਖਤਮ ਨਾ ਹੋਊਗਾ, ਨਾਮ ਨਿਸ਼ਾਨ ਨਾ ਉਸਦਾ ਮਿਟਾ ਦੇ। ਸੋ ਇਸ ਕਰਕੇ ਉਸਨੇ ਕਿਹਾ ਕਿ ਕੋਈ ਉਹਦੇ ਪਰਿਵਾਰ ਦੇ ਵਿੱਚੋਂ ਜਿਉਂਦਾ ਹੈ, ਕਿਉਂਕਿ ਸਾਊਲ ਦੇ ਜਿਹੜੇ ਵੱਡੇ ਪੁੱਤਰ ਸੀ ਉਹ ਤਾਂ ਸਾਰੇ ਜੰਗ ਦੇ ਵਿੱਚ ਮਰ ਗਏ ਸੀਗੇ। ਜਿਹੜਾ ਛੋਟੇ ਸੀਗੇ ਉਹ ਰਹਿੰਦੇ ਸੀਗੇ। ਅਭੀ ਜਿਹੜਾ ਦੂਸਰਾ ਇੱਕ ਪੁੱਤਰ ਅਸੀਂ ਦੇਖਿਆ, ਜਿਹੜਾ ਬਿਨਯਾਮੀਨ ਦੇ ਕਬੀਲੇ ਦੇ ਲੋਕਾਂ ਨੇ ਮਾਰ ਦਿੱਤਾ, ਔਰ ਇਸ ਤਰ੍ਹਾਂ ਉਹਨਾਂ ਨੇ ਫਿਰ ਆ ਕੇ ਕਿਹਾ, ਬਾਕੀ ਇਜ਼ਰਾਈਲ ਨੇ ਕਿਹਾ ਕਿ ਤੂੰ ਸਾਡਾ ਰਾਜਾ ਬਣ ਜਾ, ਪ੍ਰਭੂ ਨੇ ਤੈਨੂੰ ਚੁਣਿਆ ਹੈ। ਔਰ ਇਹ ਜਿਹੜਾ ਹੁਣ ਇੱਕ ਰਹਿ ਗਿਆ, ਮਫੀਬੋਸ਼ਤ ਜਿਹੜਾ ਰਹਿ ਗਿਆ, ਇਹ ਸਾਊਲ ਦਾ ਪੋਤਾ ਆ ਤੇ ਯੋਨਾਥਨ ਦਾ ਬੇਟਾ ਆ। ਸੋ ਉਸਨੇ ਬਿਲਕੁਲ ਜਿੱਦਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ, ਦਾਊਦ ਨੇ ਉਸ ਵਾਅਦੇ ਨੂੰ ਪੂਰਾ ਕੀਤਾ। ਉਸਨੇ ਮਫੀਬੋਸ਼ਤ ਨੂੰ, ਜਿਸ ਤਰ੍ਹਾਂ ਦਾਊਦ ਰਾਜਾ ਦੇ ਟੇਬਲ ਤੋਂ ਬੈਠ ਕੇ ਖਾਂਦਾ ਸੀ, ਉਸੇ ਤਰ੍ਹਾਂ ਉਸਨੇ ਉਹੀ ਜਗ੍ਹਾ ਮਫੀਬੋਸ਼ਤ ਨੂੰ ਦਿੱਤੀ, ਔਰ ਉਸਨੇ ਕਿਹਾ ਕਿ ਤੇਰੇ ਬਾਪ ਦੀ ਜਾਇਦਾਦ ਤੇ ਕਬਜ਼ਾ ਨਹੀਂ ਹੋਏਗਾ, ਉਹ ਤੈਨੂੰ ਦਿੱਤੀ ਜਾਏਗੀ। ਔਰ ਇਸ ਤਰ੍ਹਾਂ ਅਸੀਂ ਦੇਖਦੇ ਪਏ ਹਾਂ ਕਿ ਉਸਨੇ ਆਪਣਾ ਵਾਅਦਾ ਪੂਰਾ ਕੀਤਾ, ਜੋ ਉਸਨੇ ਵਾਅਦਾ ਕੀਤਾ ਸੀ ਉਸਨੂੰ ਉਸਨੇ ਪੂਰਾ ਕੀਤਾ। ਹੁਣ ਇੱਕ ਇਲਾਕਾ ਰਹਿ ਗਿਆ, ਅਮੋਨੀਆ ਦਾ ਇਲਾਕਾ ਰਹਿ ਗਿਆ, ਔਰ ਅਮੋਨੀਆ ਦੇ ਇਲਾਕੇ ਦੇ ਵਿੱਚ ਹੁਣ ਦਾਊਦ ਜਾ ਰਿਹਾ। ਅਮੋਨੀਆ ਦੇ ਇਲਾਕਿਆਂ ਦੇ ਵਿੱਚ ਹੁਣ ਦਾਊਦ ਨੇ ਜਿੱਤ ਪ੍ਰਾਪਤ ਕਰਨੀ ਹੈ। ਸੋ ਅਮੋਨੀਆ ਦਾ ਜਿਹੜਾ ਇਲਾਕਾ ਅਸੀਂ ਦੇਖਿਆ ਸੀਗਾ, ਉਹ ਆਹ ਜਿਹੜਾ ਇਲਾਕਾ ਇਹ ਅਮੋਨੀਆ ਦਾ ਇਲਾਕਾ ਹੈ, ਜਿਸ ਦੇ ਉੱਤੇ ਇਹ ਮੁਆਬੀ ਤੇ ਅਮੋਨੀ ਇਹ ਐਕਚੁਅਲੀ ਦੋਨੋਂ ਜਿਹੜੇ ਸੀਗੇ ਇਹ ਲੂਤ ਦੀ ਸੰਤਾਨ ਸੀ।
ਸੋ ਲੂਤ ਦੀ ਸੰਤਾਨ ਇਸ ਇਲਾਕੇ ਦੇ ਵਿੱਚ ਵਸਦੀ ਪਈ ਆ, ਔਰ ਹੁਣ ਦਾਊਦ ਨੇ ਅਮੋਨੀਆ ਦੇ ਇਲਾਕੇ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕਰਨੀ ਹੈ। ਸੋ ਆਓ 10ਵੇਂ ਭਾਵ 'ਚ ਅਸੀਂ ਪਹੁੰਚ ਚੁੱਕੇ ਹਾਂ, ਔਰ ਆਓ ਅਸੀਂ ਪਹਿਲੀਆਂ 12 ਆਇਤਾਂ ਦੇ ਨਹੀਂ ਪੜ੍ਹਨੇ ਮਾਸਟਰ ਜੀ। ਦਾਊਦ ਦੀ ਅਮੋਨੀਆ ਤੇ ਅਰਾਮੀਆਂ ਉੱਤੇ ਜਿੱਤ। ਕੁਝ ਸਮੇਂ ਦੇ ਪਿੱਛੋਂ ਅਮੋਨੀ ਰਾਜਾ ਨਹਾਸ਼ ਮਰ ਗਿਆ ਤਾਂ ਉਸ ਦੀ ਥਾਂ ਉਸ ਦਾ ਪੁੱਤਰ ਹਨੂਨ ਗੱਦੀ ਉੱਤੇ ਬੈਠਾ। ਤਾਂ ਦਾਊਦ ਨੇ ਕਿਹਾ, ਹਨੂਨ ਦੇ ਪਿਤਾ ਨੇ ਮੇਰੇ ਨਾਲ ਚੰਗੀ ਮਿੱਤਰਤਾ ਨਿਭਾਈ ਹੈ, ਇਸ ਲਈ ਮੈਨੂੰ ਵੀ ਉਸਦੇ ਪੁੱਤਰ ਨਾਲ ਮਿੱਤਰਤਾ ਨਿਭਾਉਣੀ ਚਾਹੀਦੀ ਹੈ। ਸੋ ਦਾਊਦ ਨੇ ਆਪਣੇ ਕੁਝ ਸੰਦੇਸ਼ਵਾਹਕ ਹਨੂਨ ਕੋਲ ਅਫਸੋਸ ਕਰਨ ਦੇ ਲਈ ਘੱਲੇ। ਪਰ ਜਦੋਂ ਦਾਊਦ ਦੇ ਸੰਦੇਸ਼ਵਾਹਕ ਅਮੋਨ ਵਿੱਚ ਪਹੁੰਚੇ ਤਾਂ ਅਮੋਨੀ ਅਧਿਕਾਰੀਆਂ ਨੇ ਆਪਣੇ ਰਾਜਾ ਹਨੂਨ ਨੂੰ ਕਿਹਾ, ਕੀ ਤੁਸੀਂ ਸੋਚਦੇ ਹੋ ਕਿ ਦਾਊਦ ਨੇ ਇਹ ਸੰਦੇਸ਼ਵਾਹਕ ਤੁਹਾਡੇ ਪਿਤਾ ਦੀ ਮੌਤ ਤੇ ਅਫਸੋਸ ਕਰਨ ਘੱਲੇ ਹਨ? ਤੇ ਨਹੀਂ, ਉਸਨੇ ਇਹ ਆਦਮੀ ਸਾਡੇ ਸ਼ਹਿਰ ਦਾ ਭੇਤ ਲੈਣ ਘੱਲੇ ਹਨ ਕਿ ਉਹ ਸਾਨੂੰ ਹਾਰ ਦੇਵੇ। ਸੋ ਹਨੂਨ ਨੇ ਦਾਊਦ ਦੇ ਸੰਦੇਸ਼ਵਾਹਕਾਂ ਨੂੰ ਫੜ ਕੇ ਉਹਨਾਂ ਦੀ ਅੱਧੀ ਦਾੜੀ ਮਨਵਾ ਦਿੱਤੀ ਤੇ ਉਹਨਾਂ ਦੇ ਕੁੜਤੇ ਵੀ ਅੱਧ ਵਿੱਚੋਂ ਪਾੜ ਦਿੱਤੇ। ਫਿਰ ਉਸਨੇ ਉਹਨਾਂ ਸੰਦੇਸ਼ਵਾਹਕਾਂ ਨੂੰ ਵਾਪਸ ਘੱਲ ਦਿੱਤਾ। ਉਹ ਆਦਮੀ ਇਸ ਹਾਲਤ ਵਿੱਚ ਘਰ ਮੁੜਨ ਵਿੱਚ ਬਹੁਤ ਬੇਇੱਜ਼ਤੀ ਅਨੁਭਵ ਕਰ ਰਹੇ ਸਨ। ਪਰ ਜਦੋਂ ਦਾਊਦ ਨੂੰ ਇਸ ਘਟਨਾ ਦੀ ਖਬਰ ਮਿਲੀ ਤਾਂ ਉਸਨੇ ਉਹਨਾਂ ਨੂੰ ਮਿਲਣ ਲਈ ਅਗਲਵਾਂਢੀ ਆਦਮੀ ਘੱਲੇ ਤੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਦਾੜੀਆਂ ਮੁੱਛਾਂ ਵੱਧ ਨਾ ਜਾਣ ਉਹ ਜਰੀਹੋ ਨਗਰ ਵਿੱਚ ਹੀ ਠਹਿਰਨ। ਫਿਰ ਜਦੋਂ ਅਮੋਨੀਆ ਨੇ ਸਮਝ ਲਿਆ ਕਿ ਇਸ ਘਟਨਾ ਕਾਰਨ ਦਾਊਦ ਉਹਨਾਂ ਦਾ ਵੈਰੀ ਬਣ ਗਿਆ ਹੈ ਤਾਂ ਉਹਨਾਂ ਨੇ ਆਦਮੀ ਘੱਲ ਕੇ ਅਰਾਮੀ, ਬੇਤ ਰਹੋਬ ਤੇ ਸੋਬਾ ਤੋਂ 20,000 ਫੌਜੀ ਲਏ, 1,000 ਲੜਾਕੂ ਮਕਾਹ ਦੇ ਰਾਜਾ ਕੋਲੋਂ ਤੇ 12,000 ਟੋਬ ਦੇ ਰਾਜਾ ਕੋਲੋਂ ਲਏ। ਦਾਊਦ ਨੇ ਵੀ ਇਸ ਸਭ ਦੀ ਖਬਰ ਮਿਲਣ ਤੇ ਜਵਾਬ ਦੇ ਨਾਲ ਆਪਣੀ ਬਹਾਦਰ ਸੈਨਾ ਉਹਨਾਂ ਸਭ ਦਾ ਟਾਕਰਾ ਕਰਨ ਲਈ ਘੱਲੀ। ਤਦ ਅਮੋਨੀ ਫੌਜ ਨੇ ਨਿਕਲ ਕੇ ਆਪਣੀ ਰਾਜਧਾਨੀ ਦੇ ਫਾਟਕਾਂ ਤੋਂ ਬਾਹਰ ਲੜ ਲਈ ਕੈਂਪ ਲਾਏ ਅਤੇ ਸੋਬਾ ਤੇ ਰਹੋਬ ਤੋਂ ਆਈ ਸੈਨਾ ਦੇ ਨਾਲ ਟੋਬ ਤੇ ਅਮਾਕਾਹ ਦੀ ਸੈਨਾ ਨੇ ਖੁੱਲੇ ਮੈਦਾਨ ਵਿੱਚ ਹੀ ਕੈਂਪ ਲਾਏ। ਜਵਾਬ ਵੀ ਵੈਰੀ ਦੀ ਚਾਲ ਸਮਝ ਗਿਆ ਤੇ ਉਸ ਉੱਤੇ ਦੋਹਾਂ ਪਾਸਿਆਂ ਤੋਂ ਹੱਲਾ ਹੋਵੇਗਾ। ਤਾਂ ਉਸਨੇ ਆਪਣੇ ਨਾਲ 94 ਆਦਮੀ ਲੈ ਕੇ ਅਰਾਮੀਆਂ ਦੇ ਸਾਹਮਣੇ ਲੜਾਈ ਲਈ ਕੈਂਪ ਲਾਇਆ। ਬਾਕੀ ਦੀ ਇਜ਼ਰਾਈਲੀ ਸੈਨਾ ਨੂੰ ਆਪਣੇ ਭਰਾ ਅਬੀਸ਼ਈ ਦੀ ਕਮਾਨ ਹੇਠ ਅਮੋਨੀਆ ਦੇ ਸਾਹਮਣੇ ਜੋਆਬ ਨੇ ਕੈਂਪ ਲਾਇਆ। ਜੋਆਬ ਨੇ ਆਪਣੇ ਭਰਾ ਨੂੰ ਕਿਹਾ, ਜੇਕਰ ਤੂੰ ਦੇਖੇ ਕਿ ਅਰਾਮੀਆਂ ਦਾ ਮੇਰੇ ਵਿਰੁੱਧ ਪੱਲਾ ਭਾਰੀ ਪੈ ਰਿਹਾ ਹੈ ਤਾਂ ਤੂੰ ਮੇਰੀ ਮਦਦ ਲਈ ਆ ਜਾਣਾ। ਇਸੇ ਤਰ੍ਹਾਂ ਜੇਕਰ ਮੈਂ ਦੇਖਾਂਗਾ ਕਿ ਤੇਰੇ ਵਿਰੁੱਧ ਅਮੋਨੀਆ ਦਾ ਪੱਲਾ ਭਾਰੀ ਪੈ ਰਿਹਾ ਹੈ ਤਾਂ ਮੈਂ ਤੇਰੀ ਮਦਦ ਲਈ ਆਵਾਂਗਾ। ਤੂੰ ਤਕੜਾ ਹੋ ਕੇ ਦਲੇਰ ਬਣ। ਅਸੀਂ ਆਪਣੇ ਲੋਕਾਂ ਅਤੇ ਪਰਮੇਸ਼ਰ ਦੇ ਸ਼ਹਿਰਾਂ ਲਈ ਲੜ ਰਹੇ ਹਾਂ ਤੇ ਪ੍ਰਭੂ ਦੀ ਇੱਛਾ ਪੂਰੀ ਹੋਵੇਗੀ। ਆਮੀਨ। ਆਮੀਨ। ਸੋ ਹੁਣ ਇਸ ਇਲਾਕੇ ਦੇ ਵਿੱਚ ਜਿਸ ਨੂੰ ਅਸੀਂ ਦੇਖਿਆ ਸੀਗਾ, ਅਸੀਂ ਦੇਖਦੇ ਪਏ ਹਾਂ ਕਿ ਦੋ ਪਾਸਿਓਂ ਇਧਰੋਂ ਜਿਹੜੀ ਆਰਾਮ ਦੀ ਫੌਜ ਆ ਉਹਨਾਂ ਨੇ ਉਸ ਨੂੰ ਮੰਗਾਇਆ। ਆਰਾਮੀਆਂ ਦੀ ਫੌਜ ਇਸ ਇਲਾਕੇ ਦੇ ਵਿੱਚ ਆ, ਉਹਨਾਂ ਨੂੰ ਉਸਨੇ ਬੁਲਾਇਆ। ਔਰ ਲੇਕਿਨ ਜਿਹੜਾ ਇੱਥੇ ਬਹੁਤਾ ਇਲਾਕਾ ਉਹਦੇ ਉੱਤੇ ਦਾਊਦ ਦਾ ਕਬਜ਼ਾ ਹੋ ਚੁੱਕਿਆ। ਜਿਹੜਾ ਇਸ ਦੇ ਪਿਛਲੇ ਪਾਸੇ ਦਾ ਇਲਾਕਾ ਉਹ ਹਾਲੇ ਆਰਾਮੀਆਂ ਦੇ ਕੋਲ ਹੀ ਆ। ਸੋ ਉਸਨੇ ਇੱਥੋਂ ਸੈਨਾ ਬਣਾਈ ਔਰ ਹੋਰ ਆਪਣੇ ਦੋਸਤਾਂ ਮਿੱਤਰਾਂ ਤੋਂ ਸੈਨਾ ਮੰਗਾਈ ਆ। ਔਰ ਉਸਨੇ ਜਿਹੜਾ ਜਿਸ ਇਲਾਕੇ ਦੇ ਵਿੱਚ ਉਹ ਬੈਠੇ ਹੋਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਇੱਕ ਰਾਜੇ ਦੀ ਸੈਨਾ ਨਹੀਂ, ਇਹ ਤਾਂ ਕਈ ਤਰ੍ਹਾਂ ਦੀਆਂ ਸੈਨਾਵਾਂ ਜਿਹੜੀਆਂ ਸਾਡੇ ਨਾਲ ਲੜਨ ਦੇ ਲਈ ਆ ਰਹੀਆਂ। ਸੋ ਅਸੀਂ ਜਿਹੜਾ ਦੇਖਦੇ ਪਏ ਹਾਂ ਕਿ ਉਹਨਾਂ ਨੇ ਵੰਡ ਲਿਆ ਦੋਨਾਂ ਭਰਾਵਾਂ ਨੇ ਕਿ ਇੱਕ ਪਾਸੇ ਸੈਨਾ ਤੂੰ ਰੱਖੀ, ਦੂਜੇ ਪਾਸੇ ਮੈਂ ਰੱਖੂੰਗਾ ਔਰ ਮੈਂ ਅਮੋਨੀਆ ਦੇ ਨਾਲ ਲੜੂੰਗਾ, ਤੂੰ ਇਸ ਆਰਾਮ ਦੀ ਜਿਹੜੀ ਸੈਨਾ ਆਈ ਆ ਇਹਦੇ ਨਾਲ ਲੜੇਗਾ। ਜੇ ਅਸੀਂ ਦੇਖ ਲਿਆ ਕਿ ਉਹ ਸਾਡੇ ਤੇ ਜਿਹੜਾ ਵੀ ਭਾਰੀ ਪੈ ਰਿਹਾ, ਦੂਸਰਾ ਬੰਦਾ ਆਪਣੀ ਫੌਜ ਨੂੰ ਮਦਦ ਦੇ ਲਈ ਕਰੇਗਾ। ਸੋ ਅਸੀਂ ਦੇਖਦੇ ਪਏ ਹਾਂ ਕਿ ਜੋਆਬ ਜਿਹੜਾ ਇਸ ਵੇਲੇ ਉਸਦਾ ਜਿਹੜਾ ਮੇਨ ਜਿਹੜਾ ਸਿਪਾਹ ਸਲਾਰ ਆ, ਜਿਹੜਾ ਮੇਨ ਜਨਰਲ ਆ, ਉਹ ਜੋਆਬ ਆ। ਜੋਆਬ ਦੇ ਥੱਲੇ ਬਾਕੀ ਦੇ ਜਿਹੜੇ ਜਨਰਲ ਆ ਸਾਰੇ ਦੇ ਸਾਰੇ ਜੋਆਬ ਦੇ ਥੱਲੇ ਕੰਮ ਕਰਦੇ ਆ। ਸੋ ਉਸਨੇ ਇਸ ਤਰੀਕੇ ਦੇ ਨਾਲ ਉਸ ਸਾਰੇ ਇਲਾਕੇ ਦੇ ਵਿੱਚ ਉਹਨਾਂ ਨੇ ਇਹ ਜੰਗ ਸ਼ੁਰੂ ਕੀਤੀ। ਸੋ ਲੇਕਿਨ ਜਿਹੜੀ ਮੇਨ ਚੀਜ਼ ਉਹ ਦੱਸਦਾ ਪਿਆ, ਉਸਨੇ ਇਹ ਕਿਹਾ ਕਿ ਪ੍ਰਭੂ ਸਾਡੇ ਨਾਲ, ਇਸ ਕਰਕੇ ਤੂੰ ਤਕੜਾ ਹੋ ਕੇ ਲੜੀ, ਤੂੰ ਇਸ ਚੀਜ਼ ਦੀ ਪਰਵਾਹ ਨਾ ਕਰੀ ਕਿਉਂਕਿ ਜਿੱਤ ਜਿਹੜੀ ਉਹ ਸਾਡੇ ਪ੍ਰਭੂ ਨੇ
ਸਾਨੂੰ ਦੇਣੀ ਹੈ। ਸੋ ਆਓ ਅਸੀਂ ਇਸ ਨੂੰ 13 ਤੋਂ ਅੱਗੇ ਅਸੀਂ ਇਸ ਨੂੰ ਚੈਪਟਰ ਨੂੰ ਖਤਮ ਕਰੀਏ। ਸੋ ਜੋਆਬ ਅਤੇ ਉਸਦੇ ਆਦਮੀਆਂ ਨੇ ਅਰਾਮੀਆਂ ਉੱਤੇ ਹੱਲਾ ਬੋਲਿਆ ਤਾਂ ਅਰਾਮੀ ਉਹਨਾਂ ਦੇ ਅੱਗਿਓਂ ਨੱਠੇ। ਜਦੋਂ ਮੋਨੀਆਂ ਨੇ ਅਰਾਮੀਆਂ ਨੂੰ ਨੱਠਦੇ ਦੇਖਿਆ ਤਾਂ ਅਬੀਸ਼ਈ ਦੇ ਅੱਗਿਓਂ ਨੱਠ ਕੇ ਸ਼ਹਿਰ ਦੇ ਅੰਦਰ ਜਾ ਵੜੇ। ਸੋ ਜੋਆਬ ਮੋਨੀਆਂ ਨਾਲ ਲੜਨ ਦੇ ਪਿੱਛੋਂ ਵਾਪਸ ਯਰੂਸ਼ਲਮ ਨੂੰ ਮੁੜ ਆਇਆ। ਪਰ ਜਦੋਂ ਅਰਾਮੀਆਂ ਨੇ ਦੇਖਿਆ ਕਿ ਉਹ ਇਜ਼ਰਾਈਲੀਆਂ ਕੋਲੋਂ ਹਾਰ ਗਏ ਹਨ ਤਾਂ ਉਹਨਾਂ ਨੇ ਫਿਰ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਰਾਜਾ ਹਦਦ ਅਜਰ ਨੇ ਰਾਤ ਦਰਿਆ ਪਾਰ ਰਹਿ ਰਹੇ ਅਰਾਮੀਆਂ ਨੂੰ ਸੱਦਿਆ ਤੇ ਉਹ ਸਾਰੇ ਹਿਲਾਮ ਦੀ ਥਾਂ ਉੱਤੇ ਹਦਦ ਅਜਰ ਦੇ ਸੈਨਾਪਤੀ ਸੋਬਕ ਦੀ ਅਗਵਾਈ ਹੇਠ ਇਕੱਠੇ ਹੋਏ। ਜਦੋਂ ਦਾਊਦ ਨੂੰ ਇਸ ਸਭ ਦਾ ਪਤਾ ਲੱਗਾ ਤਾਂ ਉਸਨੇ ਵੀ ਸਾਰੀ ਇਜ਼ਰਾਈਲੀ ਸੈਨਾ ਇਕੱਠੀ ਕੀਤੀ ਅਤੇ ਜਰਦਨ ਦਰਿਆ ਪਾਰ ਕਰਕੇ ਹਿਲਾਮ ਦੀ ਥਾਂ ਉੱਤੇ ਪਹੁੰਚ ਗਿਆ, ਜਿੱਥੇ ਅਰਾਮੀ ਸੈਨਾ ਪਹਿਲਾਂ ਹੀ ਲੜਨ ਲਈ ਤਿਆਰ ਖੜੀ ਸੀ। ਸੋ ਉੱਥੇ ਲੜਾਈ ਹੋਣ ਲੱਗੀ, ਪਰ ਇਜ਼ਰਾਈਲੀ ਸੈਨਾ ਅੱਗਿਓਂ ਅਰਾਮੀ ਸੈਨਾ ਨੱਠ ਗਈ। ਦਾਊਦ ਅਤੇ ਉਸ ਦੀ ਸੈਨਾ ਨੇ 700 ਰੱਥ ਸਵਾਰ ਤੇ 40,000 ਘੋੜਸਵਾਰ ਕਤਲ ਕਰ ਦਿੱਤਾ। ਉਹਨਾਂ ਨੇ ਅਰਾਮੀ ਸੈਨਾਪਤੀ ਸੋਬਕ ਨੂੰ ਵੀ ਜ਼ਖਮੀ ਕਰ ਦਿੱਤਾ, ਜੋ ਉੱਥੇ ਹੀ ਮਰ ਗਿਆ। ਫਿਰ ਜਦੋਂ ਹਦਦ ਅਜਰ ਦੇ ਅਧੀਨ ਸਭ ਰਾਜਿਆਂ ਨੇ ਦੇਖਿਆ ਕਿ ਇਜ਼ਰਾਈਲੀਆਂ ਦੇ ਹੱਥੋਂ ਹਾਰ ਗਏ ਹਨ ਤਾਂ ਉਸ ਨੇ ਇਜ਼ਰਾਈਲੀਆਂ ਨਾਲ ਸਲਾਹ ਕਰ ਲਈ ਅਤੇ ਉਹ ਉਹਨਾਂ ਦੇ ਅਧੀਨ ਹੋ ਗਏ। ਅੱਗੇ ਤੋਂ ਅਰਾਮੀ ਅਮੋਨੀਆਂ ਦੀ ਮਦਦ ਕਰਨ ਤੋਂ ਵੀ ਡਰਨ ਲੱਗੇ। ਆਮੀਨ। ਸੋ ਪ੍ਰਭੂ ਨੇ ਇੱਕ ਡਰ ਪੈਦਾ ਕਰ ਦਿੱਤਾ ਉਸ ਇਲਾਕੇ ਦੇ ਵਿੱਚ ਕਿ ਤੁਸੀਂ ਦਾਊਦ ਦਾ, ਜਿਸ ਲਈ ਅਗਰ ਰਾਜਾ ਦਾਊਦ ਆ, ਇੱਕ ਤਾਂ ਉਹਨਾਂ ਦੇ ਵਿੱਚ ਆਲਰੇਡੀ ਖਲਬਲੀ ਮਚ ਗਈ, ਕਿਉਂਕਿ ਪਹਿਲਾਂ ਤਾਂ ਯੋਆਬ ਤੇ ਅਬੀਸ਼ਈ ਉੱਥੇ ਸੀ ਦੋਨੇ ਜਾਣੇ, ਔਰ ਉਹਨਾਂ ਦੀ ਸੈਨਾ ਉੱਥੇ ਸੀ। ਲੇਕਿਨ ਜਿਸ ਲਈ ਦਾਊਦ ਵੀ ਸੈਨਾ ਲੈ ਕੇ ਉੱਥੇ ਪਹੁੰਚ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ, ਕਿਉਂਕਿ ਦਾਊਦ ਨੇ ਆਲਰੇਡੀ ਬਹੁਤ ਸਾਰੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ। ਸੋ ਅਮੋਨੀਆਂ ਦਾ ਜਿਹੜਾ ਇਲਾਕਾ ਆ ਉਹ ਵੀ ਹੁਣ ਦਾਊਦ ਦੇ ਕੋਲ ਆ ਗਿਆ। ਔਰ ਪ੍ਰਭੂ ਨੇ ਜਿੱਦਾਂ ਅਸੀਂ ਦੇਖਿਆ ਸੀ ਕਿ ਜਿਹੜਾ ਉਹਨਾਂ ਦਾ ਰਾਜ ਸੀ ਆਲਮੋਸਟ 3 ਗੁਣਾ ਵਧਾ ਦਿੱਤਾ। ਔਰ ਪ੍ਰਭੂ ਨੇ ਦਾਊਦ ਨੂੰ ਬਹੁਤ ਬਰਕਤ ਦਿੱਤੀ। ਪ੍ਰਭੂ ਨੇ ਦਾਊਦ ਨੂੰ ਬਹੁਤ ਜਿੱਤਾਂ ਦਿੱਤੀਆਂ। ਪ੍ਰਭੂ ਨੇ ਦਾਊਦ ਨੂੰ ਬਹੁਤ ਹੀ ਵਫਾਦਾਰ ਔਰ ਬਹਾਦਰ ਬੰਦੇ ਦਿੱਤੇ, ਜਿਹੜੇ ਕਿ ਦਾਊਦ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਲੜਦੇ ਸੀ, ਔਰ ਪ੍ਰਭੂ ਉਹਨਾਂ ਨੂੰ ਜਿੱਤਾਂ ਦਿੰਦਾ ਸੀ। ਜ਼ਬੂਰ 20 ਅਸੀਂ ਇੱਥੇ ਦੇਖਾਂਗੇ। ਭਜਨ 20। ਜਿੱਤ ਦੇ ਲਈ ਪ੍ਰਾਰਥਨਾ। ਵਿਪਤਾ ਦੇ ਸਮੇਂ ਪ੍ਰਭੂ ਤੈਨੂੰ ਉੱਤਰ ਦੇਵੇਗਾ। ਯਾਕੂਬ ਦੇ ਪਰਮੇਸ਼ਰ ਦਾ ਨਾਮ ਤੇਰੀ ਰੱਖਿਆ ਕਰੇਗਾ। ਉਹ ਪਵਿੱਤਰ ਥਾਂ ਤੋਂ ਤੇਰੀ ਮਦਦ ਘੱਲੇਗਾ ਅਤੇ ਸਿਯੋਨ ਤੋਂ ਤੇਰੀ ਸੰਭਾਲ ਕਰੇਗਾ। ਉਹ ਤੇਰੀਆਂ ਸਭ ਭੇਟਾਂ ਨੂੰ ਯਾਦ ਕਰੇਗਾ ਅਤੇ ਤੇਰੀਆਂ ਸਭ ਹੋਮ ਬਲੀਆਂ ਨੂੰ ਸਵੀਕਾਰ ਕਰੇਗਾ। ਉਹ ਤੇਰੇ ਮਨ ਦੀ ਮੁਰਾਦ ਪੂਰੀ ਕਰੇਗਾ ਅਤੇ ਤੇਰੀਆਂ ਯੋਜਨਾਵਾਂ ਨੂੰ ਸਫਲ ਬਣਾਵੇਗਾ ਅਤੇ ਤੇਰੀ ਜਿੱਤ ਤੇ ਆਨੰਦ ਕਰਾਂਗੇ ਅਤੇ ਪਰਮੇਸ਼ਰ ਦੇ ਨਾਂ ਤੇ ਆਪਣੇ ਝੰਡੇ ਖੜੇ ਕਰਾਂਗੇ। ਪ੍ਰਭੂ ਤੇਰੀਆਂ ਸਾਰੀਆਂ ਮੰਗਾਂ ਦਾ ਉੱਤਰ ਦੇਵੇਗਾ। ਹੁਣ ਮੈਂ ਜਾਣਦਾ ਹਾਂ ਕਿ ਪ੍ਰਭੂ ਆਪਣੇ ਅਭਿਸ਼ੇਕਤ ਦੀ ਮਦਦ ਕਰੇਗਾ। ਉਹ ਉਸਨੂੰ ਆਪਣੇ ਪਵਿੱਤਰ ਸਵਰਗ ਤੋਂ ਉੱਤਰ ਦੇਵੇਗਾ। ਉਹ ਆਪਣੇ ਸੱਜੇ ਹੱਥ ਦੁਆਰਾ ਉਸਨੂੰ ਜੇਤੂ ਕਰੇਗਾ। ਕੁਝ ਲੋਕ ਆਪਣੇ ਰੱਥਾਂ ਤੇ ਘੋੜਿਆਂ ਉੱਤੇ ਘਮੰਡ ਕਰਦੇ ਹਨ, ਪਰ ਅਸੀਂ ਆਪਣੇ ਪਰਮੇਸ਼ਰ ਦੇ ਨਾਂ ਉੱਤੇ ਘਮੰਡ ਕਰਦੇ ਹਾਂ। ਇਹੋ ਜਿਹੇ ਲੋਕ ਤਿਲਕ ਕੇ ਡਿੱਗ ਪੈਣਗੇ, ਪਰ ਅਸੀਂ ਸੰਭਲ ਕੇ ਖੜੇ ਹੋ ਜਾਵਾਂਗੇ। ਹੇ ਪ੍ਰਭੂ, ਰਾਜਾ ਨੂੰ ਬਚਾ ਲੈ। ਜਦੋਂ ਅਸੀਂ ਤੈਨੂੰ ਪੁਕਾਰੀਏ ਤਾਂ ਤੂੰ ਸਾਨੂੰ ਉੱਤਰ ਦੇ। ਸੋ ਉਹਨਾਂ ਨੂੰ ਸਿਰਫ ਭਰੋਸਾ ਆਪਣੇ ਹਥਿਆਰਾਂ ਦੇ ਉੱਤੇ, ਆਪਣੇ ਘੋੜਿਆਂ ਦੇ ਉੱਤੇ, ਕਿ ਸਾਡੇ ਕੋਲ ਰੱਥ ਆ। ਆਰਾਮ ਦੀ ਸੈਨਾ ਦੇ ਕੋਲ ਰੱਥ ਸੀਗੇ, ਸਾਡੇ ਕੋਲ ਰੱਥ ਆ, ਅਸੀਂ ਜਿੱਤ ਪ੍ਰਾਪਤ ਕਰ ਸਕਦੇ। ਲੇਕਿਨ ਪ੍ਰਭੂ ਨੇ ਉਹਨਾਂ ਨੂੰ ਐਸੀ ਬੁਰੀ ਤਰ੍ਹਾਂ ਉਹਨਾਂ ਨੂੰ ਹਾਰ ਦਿੱਤੀ ਕਿ ਹੁਣ ਉਹ ਰੱਥ ਵੀ ਉਹਨਾਂ ਦੇ ਕੋਲ ਨਹੀਂ ਰਹੇ। ਉਹ ਰੱਥ ਵੀ ਜਿਹੜੇ ਦਾਊਦ ਦੇ ਕੋਲ ਆ ਗਏ। ਔਰ ਇਸ ਤੋਂ ਪਹਿਲਾਂ ਵੀ ਦਾਊਦ ਨੇ ਬਹੁਤ ਸਾਰਿਆਂ ਰੱਥਾਂ ਦੇ ਉੱਤੇ ਕਬਜ਼ਾ ਕੀਤਾ ਸੀ, ਪਰ ਇਜ਼ਰਾਈਲੀ ਲੋਕ ਜਿਹੜੇ ਸੀਗੇ ਇਹ ਰੱਥਾਂ ਦੇ ਨਾਲ ਘੱਟ ਲੜਦੇ ਸੀ, ਕਿਉਂਕਿ ਰੱਥ ਨੂੰ ਮੋੜਨਾ, ਚਲਾਉਣਾ ਉਨੀ ਦੇਰ ਇਹਨਾਂ ਦੇ ਵਿੱਚ ਜ਼ਿਆਦਾ ਤੀਰ ਕਮਾਨ ਵਾਲੇ ਜਿਹੜੇ ਬੰਦੇ ਸੀ ਉਹ ਜ਼ਿਆਦੇ ਸੀ। ਔਰ ਇਹਨਾਂ ਦੇ ਵਿੱਚ ਜਿਹੜਾ ਗੋਪੀਆ ਹੁੰਦਾ ਉਹ ਚਲਾਉਣ ਵਾਲੇ ਲੋਕ ਬਹੁਤ ਸੀਗੇ। ਉਹ ਪੂਰੀ ਦੀ ਪੂਰੀ ਇੱਕ ਸੈਨਾ ਦਾ ਹਿੱਸਾ ਸੀ,
ਜੋ ਕਿ ਦੂਰ ਆਉਂਦੇ ਰੱਥ ਅਗਰ ਆ ਵੀ ਰਿਹਾ ਤਾਂ ਘੋੜੇ ਦੇ ਉੱਤੇ ਨਿਸ਼ਾਨਾ ਲਾਉਂਦੇ ਸੀ, ਔਰ ਉਹ ਜਿਸਲੇ ਉਹਦੇ ਪੱਥਰ ਲੱਗਦਾ ਸੀ ਤਾਂ ਉਹ ਤਿਬਕ ਜਾਂਦਾ ਸੀ, ਔਰ ਉਸ ਦੇ ਨਾਲ ਉਹ ਤਿਬਕਣ ਦੇ ਨਾਲ ਘੋੜਾ ਜਿੱਧਰ ਨੂੰ ਉਹ ਲੈ ਕੇ ਜਾਣਾ ਮੰਗਦੇ ਸੀ ਉਧਰ ਨੂੰ ਨਹੀਂ ਸੀ ਜਾਂਦਾ, ਉਹ ਹੋਰ ਪਾਸੇ ਨੂੰ ਚੱਲ ਜਾਂਦਾ ਸੀ, ਜਿਹਦੇ ਨਾਲ ਆਪਣੀ ਸੈਨਾ ਦੇ ਵਿੱਚ ਹੀ ਉਹਨਾਂ ਦੇ ਬਹੁਤ ਸਾਰੀ ਖਰਾਬੀ ਪੈਦਾ ਹੋ ਜਾਂਦੀ ਸੀ। ਔਰ ਪ੍ਰਭੂ ਨੇ ਪਰ ਆਪਣੇ ਬੰਦੇ ਨੂੰ ਜਿੱਤ ਦਿੱਤੀ। ਉਸਨੇ ਦੁਆ ਕੀਤੀ ਜਿਸ ਲਈ ਉਸਨੇ ਰੱਥ ਖੜੇ ਦੇਖੇ ਉੱਥੇ, ਤਾਂ ਉਸਨੇ ਇਹ ਬੇਨਤੀ ਕੀਤੀ ਦਾਊਦ ਨੇ ਕਿ ਪ੍ਰਭੂ ਇਹਨਾਂ ਕੋਲ ਰੱਥ ਆ ਪਰ ਮੈਂ ਜਾਣਦਾ ਜਿੱਤ ਸਾਡੀ, ਤੂੰ ਸਾਨੂੰ ਜਿੱਤ ਦੇਗਾ। ਔਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ 21ਵਾਂ ਜ਼ਰੂਰ ਵੀ ਇੱਥੇ ਹੀ ਆਉਂਦਾ। ਸੋ ਜਿਸ ਨੂੰ ਮਿਲ ਜਾਏ ਉਹ 21ਵਾਂ ਜ਼ਰੂਰ ਪੜਦਾ। ਸਿਰਫ 13 ਆਇਤਾਂ। ਮੈਂ ਪੜ੍ਹ ਦਿੰਦੀ ਪਾਸਟਰ ਜੀ। हे प्रभु तेरी शक्ति दे कारण राजा आनंदित है, तेरी मदद मिलन ते ਉਹ ਅਤ ਪਰੇਸ਼ਾਨ ਹੈ। ਤੂੰ ਉਸ ਦੇ ਦਿਲ ਦੀ ਇੱਛਾ ਪੂਰੀ ਕੀਤੀ ਹੈ, ਤੂੰ ਉਸ ਦੀ ਬੇਨਤੀ ਸੁਣੀ ਹੈ, ਤੂੰ ਚੰਗੀਆਂ ਅਸੀਸਾਂ ਨਾਲ ਉਸ ਦੇ ਕੋਲ ਆਇਆ, ਤੂੰ ਉਸ ਦੇ ਸਿਰ ਤੇ ਸੋਨੇ ਦਾ ਤਾਜ ਰੱਖਿਆ। ਉਸ ਨੇ ਤੇਰੀ ਸੋਨੇ ਦਾ ਤਾਜ, ਉਸ ਨੇ ਤੇਰੇ ਤੋਂ ਜੀਵਨ ਮੰਗਿਆ ਤਾਂ ਤੂੰ ਉਸ ਨੂੰ ਆਨੰਦਿਤ ਜੀਵਨ ਦਾ ਦਾਨ ਦਿੱਤਾ ਹੈ। ਤੇਰੀ ਮੁਕਤੀ ਦੇ ਦੁਆਰਾ ਉਸ ਨੂੰ ਮਹਿਮਾ ਮਿਲੀ ਹੈ। ਤੂੰ ਉਸ ਨੂੰ ਮਹਾਨਤਾ ਤੇ ਵੱਡਾ ਰਾਜ ਪ੍ਰਤਾਪ ਦਿੱਤਾ ਹੈ। ਤੇਰੀਆਂ ਅਸੀਸਾਂ ਹਮੇਸ਼ਾ ਉਸ ਦੇ ਨਾਲ ਹਨ। ਤੂੰ ਆਪਣੀ ਹਜ਼ੂਰੀ ਵਿੱਚ ਉਸ ਨੂੰ ਆਨੰਦਿਤ ਕਰਦਾ ਹੈ। ਰਾਜਾ ਪ੍ਰਭੂ ਉੱਤੇ ਭਰੋਸਾ ਰੱਖਦਾ ਹੈ, ਉਹ ਪਰਮ ਪ੍ਰਧਾਨ ਦੀ ਦਇਆ ਕਾਰਨ ਹਮੇਸ਼ਾ ਅਟਲ ਰਹੇਗਾ। ਰਾਜਾ ਆਪਣੇ ਸਭ ਵੈਰੀਆਂ ਨੂੰ ਬੰਦੀ ਬਣਾ ਲਵੇਗਾ, ਉਹ ਆਪਣੇ ਸਭ ਘਿਰਨਾ ਕਰਨ ਵਾਲਿਆਂ ਨੂੰ ਘੇਰ ਲਵੇਗਾ, ਉਹ ਨਿਕਲ ਕੇ ਉਹਨਾਂ ਨੂੰ ਮਗਦੀ ਅੱਗ ਦੀ ਤਰ੍ਹਾਂ ਬਣਾ ਦੇਵੇਗਾ, ਸੋ ਜੋ ਉਹਨਾਂ ਨੂੰ ਭਸਮ ਕਰ ਦੇਵੇਗੀ। ਸੋ ਇਸ ਤਰ੍ਹਾਂ ਪ੍ਰਭੂ ਦਾ ਕ੍ਰੋਧ ਉਹਨਾਂ ਉੱਤੇ ਆ ਪਵੇਗਾ। ਉਹਨਾਂ ਉਸ ਦੇ ਵਿਰੁੱਧ ਯੋਜਨਾਵਾਂ ਤੇ ਵਿਉਂਤਾਂ ਬਣਾਈਆਂ, ਪਰ ਉਹ ਸਫਲ ਨਹੀਂ ਹੋਣਗੇ। ਉਹ ਉਸ ਦੇ ਅੱਗਿਓਂ ਫਰਾਰ ਹੋ ਜਾਣਗੇ, ਉਹ ਉਹਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਵੇਗਾ। हे ਪ੍ਰਭੂ ਅਸੀਂ ਤੇਰੇ ਬਲ ਦੀ ਮਹਿਮਾ ਕਰਦੇ ਹਾਂ ਤੇ ਤੇਰੀ ਸ਼ਕਤੀ ਦੀ ਗਾ ਕੇ ਵਡਿਆਈ ਕਰਦੇ ਹਾਂ। ਆਮੀਨ ਆਮੀਨ। ਸੋ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਜਿੱਤਾਂ ਦਾ ਸਮਾਂ ਚੱਲਦਾ ਆ ਰਿਹਾ। ਇਸ ਦੇ ਵਿੱਚ ਅਸੀਂ ਸਿਰਫ ਉਸ ਦੀਆਂ ਦੁਆਵਾਂ ਨੂੰ ਦੇਖਦੇ ਪਏ ਹਾਂ, ਅਸੀਂ ਕਿਸੇ ਹਿਰਖ ਨੂੰ ਨਹੀਂ ਦੇਖਦੇ ਪਏ। ਉਹ ਉਸ ਦੀਆਂ ਦੁਆਵਾਂ ਜਿਹੜੀਆਂ ਉਹ ਗੀਤਾਂ ਦੇ ਵਿੱਚ ਉਸ ਦੀਆਂ ਦੁਆਵਾਂ ਨੂੰ ਦੇਖਦੇ ਪਏ ਹਾਂ, ਔਰ ਫਿਰ ਸ਼ੁਕਰਗੁਜ਼ਾਰੀਆਂ ਨੂੰ ਦੇਖਦੇ ਪਏ ਹਾਂ। ਦੁਆਵਾਂ ਸ਼ੁਕਰਗੁਜ਼ਾਰੀਆਂ, ਦੁਆਵਾਂ ਸ਼ੁਕਰਗੁਜ਼ਾਰੀਆਂ। ਦਿਸ ਇਜ਼ ਦ ਗੋਲਡਨ ਈਅਰਸ। ਦਾਊਦ ਦੇ ਇਹ ਜਿਹੜੇ ਸਾਲ ਆ ਨਾ, ਇਹ ਗੋਲਡਨ ਸਾਲ ਆ, ਕਿਉਂਕਿ ਉਹ ਪ੍ਰਭੂ ਦੀ ਆਗਿਆਕਾਰੀ ਕਰਦਾ। ਜੋ ਪ੍ਰਭੂ ਉਸ ਨੂੰ ਕਹਿੰਦਾ ਉਹ ਉਹੋ ਹੀ ਕਰਦਾ। ਪ੍ਰਭੂ ਦੀ ਛਤਰ ਛਾਇਆ ਦੇ ਵਿੱਚੋਂ ਉਹ ਬਾਹਰ ਨਹੀਂ ਜਾਂਦਾ, ਉਹ ਕੋਈ ਚਲਾਕੀ ਨਹੀਂ ਕਰਦਾ। ਉਸਨੇ ਹਾਲੇ ਤੱਕ ਸਾਊਲ ਦੇ ਪਰਿਵਾਰ ਦੇ ਵਿੱਚੋਂ ਆਪਣਾ ਹੱਥ ਕਿਸੇ ਤੇ ਨਹੀਂ ਚੁੱਕਿਆ। ਉਸਨੂੰ ਇਸ ਚੀਜ਼ ਦੀ ਭੁੱਖ ਨਹੀਂ ਗਈ ਕਿ ਮੈਂ ਇਹਨਾਂ ਨੂੰ ਮਾਰ ਕੇ ਤਾਂ ਸਾਰਾ ਰਾਜ ਪ੍ਰਾਪਤ ਕਰ ਲਵਾਂ। ਜੇ ਅਬਨੇਰ ਜਿੰਦਾ ਸੀ ਤੇ ਉਸਨੇ ਸਾਊਲ ਦੇ ਪੁੱਤਰ ਨੂੰ ਲੈ ਕੇ ਰਾਜਾ ਬਣਾ ਦਿੱਤਾ। ਇੱਕ ਛੋਟਾ ਪੁੱਤਰ ਉਹਦਾ ਰਹਿੰਦਾ ਸੀਗਾ, ਉਸਨੂੰ ਲੈ ਕੇ ਰਾਜਾ ਬਣਾ ਦਿੱਤਾ। ਉਹ 7 ਸਾਲ ਤੱਕ ਉਸਨੇ ਰਾਜ ਕੀਤਾ। ਦਾਊਦ ਨੇ ਨਹੀਂ ਛੇੜਿਆ। ਹਮਲੇ ਕੀਤੇ ਤੇ ਉਹਨਾਂ ਨੇ ਦਾਊਦ ਤੇ ਹਮਲੇ ਕੀਤੇ, ਪਰ ਉਹ ਹਰ ਹਮਲੇ 'ਚ ਹਾਰ ਗਏ। ਹਰ ਹਮਲੇ ਦੇ ਵਿੱਚ ਉਹ ਹਾਰ ਗਏ। 11 ਕਬੀਲਿਆਂ ਦੀ 10 ਕਬੀਲਿਆਂ ਦੀ ਜਿਹੜੀ ਉਹਨਾਂ ਦੇ ਕੋਲ ਸੈਨਾ ਆ, ਲੇਕਿਨ 10 ਕਬੀਲਿਆਂ ਦੀ ਜਿਹੜੀ ਸੈਨਾ ਆ ਉਹ 2 ਕਬੀਲਿਆਂ ਦੇ ਉੱਤੇ ਭਾਰੀ ਨਹੀਂ ਪੈ ਸਕੀ, ਕਿਉਂਕਿ ਸਿਮੀਅਨ ਦਾ ਕਬੀਲਾ ਵੀ ਦਾਊਦ ਦੇ ਨਾਲ ਆ। ਕਿਉਂਕਿ ਯਹੂਦਾ ਦੀ ਧਰਤੀ ਦੇ ਗੱਭੇ ਸਿਮੀਅਨ ਦਾ ਜਿਹੜਾ ਕਬੀਲਾ ਸੀ ਉਹਨਾਂ ਨੂੰ ਧਰਤੀ ਮਿਲੀ ਸੀ, ਜਿਹੜੀ ਕਿ ਬਹੁਤ ਪੈਦਾਵਾਰ ਦੇਣ ਵਾਲੀ ਧਰਤੀ ਸੀ। ਸੋ ਆਹ ਜਿਹੜਾ ਸਾਰਾ ਇਲਾਕਾ ਜਿਹੜਾ ਅਸੀਂ ਦੇਖਦੇ ਪਏ ਹਾਂ, ਇਹ ਸਿਮੀਅਨ ਦਾ ਕਬੀਲਾ ਸੀ, ਜਿਸ ਨੂੰ ਅਸੀਂ ਜਿਹੜਾ ਦਾਊਦ ਦੇ ਨਾਲ ਸੀ। ਸੋ ਜਿਸ ਵੇਲੇ ਦਾਊਦ ਦੇ ਕੋਲ ਯਹੂਦਾ ਦਾ ਇਲਾਕਾ ਔਰ ਸਿਰਫ ਇੰਨਾ ਇਲਾਕਾ ਸੀ ਉਸ ਸਮੇਂ ਦੇ ਵਿੱਚ, ਔਰ ਉਹਨਾਂ ਦੇ ਕੋਲ ਸਾਰੇ ਇਲਾਕੇ ਸੀ। ਸਾਰੇ ਇਲਾਕੇ ਦੀ ਮਨਸ਼ੇ ਦੇ ਕਬੀਲੇ ਦੀ ਜਿਹੜੀ ਸੈਨਾ ਸੀ ਉਹ ਸਭ ਤੋਂ ਜ਼ਿਆਦਾ, ਸਭ ਤੋਂ ਵੱਡੀ ਸੈਨਾ ਸੀ। ਲੇਕਿਨ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿੰਨੀ ਵਾਰੀ ਵੀ ਅਬਨੇਰ ਨੇ ਹਮਲਾ ਕੀਤਾ, ਉਨੀ ਵਾਰੀ ਅਬਨੇਰ ਨੇ
ਅਬਨੇਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਦਾਊਦ ਨੇ ਕਦੀ ਵੀ ਆਪ ਹਮਲਾ ਕਰਕੇ ਇਹ ਨਹੀਂ ਕਿਹਾ ਕਿ ਮੈਂ ਇਹਨਾਂ ਦੇ ਉੱਤੇ ਹੱਲਾ ਬੋਲੂੰਗਾ ਔਰ ਮੈਂ ਇਹਨਾਂ ਦੇ ਹਮਲਾ ਬੋਲ ਕੇ ਤੇ ਮੈਂ ਜਿੱਤ ਪ੍ਰਾਪਤ ਕਰੂੰਗਾ। ਦਾਊਦ ਨੇ ਇਹ ਕੰਮ ਕਦੀ ਨਹੀਂ। ਇਸੇ ਚੀਜ਼ ਦੀ ਪ੍ਰਭੂ ਉਸਨੂੰ ਬਰਕਤ ਦੇ ਰਿਹਾ। ਔਰ ਆਖਰ ਜਿਹੜਾ ਸੀ, ਦਾਊਦ ਬਿਨਯਾਮੀਨ ਦੇ ਅਬਨੇਰ ਨੂੰ, ਯੋਆਬ ਦਾ ਭਰਾ ਨੂੰ ਅਬਨੇਰ ਨੇ ਮਾਰਿਆ ਸੀ ਔਰ ਉਸਦੇ ਦਿਲ ਦੇ ਵਿੱਚ ਬਦਲੇ ਦੀ ਭਾਵਨਾ ਸੀ। ਉਸਨੇ ਅਬਨੇਰ ਨੂੰ ਮਾਰ ਦਿੱਤਾ ਔਰ ਜਿਸ ਲਈ ਅਬਨੇਰ ਦੀ ਮੌਤ ਹੋ ਗਈ, ਜਿਹੜਾ ਸਾਊਲ ਦਾ ਜਨਰਲ ਸੀਗਾ, ਉਹ ਜਿਹੜਾ ਸਿਪਾਹ ਸਲਾਰ ਸੀ ਉਹਦਾ ਮੇਨ, ਜਿਸ ਲਈ ਉਸਦੀ ਮੌਤ ਹੋ ਗਈ ਤੇ ਸਾਊਲ ਦਾ ਜਿਹੜਾ ਛੋਟਾ ਪੁੱਤਰ ਸੀ ਉਸਨੂੰ ਪਤਾ ਲੱਗ ਗਿਆ ਕਿ ਮੈਂ ਜਿੱਤ ਨਹੀਂ ਸਕਦਾ। ਉਹ ਦੌੜ ਗਿਆ। ਉਹ ਜਿਸ ਲਈ ਦੌੜ ਕੇ ਜਾ ਕੇ ਛੁਪ ਗਿਆ ਤੇ ਉੱਥੇ ਜਾ ਕੇ ਬਿਨਯਾਮੀਨ ਦੇ ਕਬੀਲੇ ਦੇ ਲੋਕਾਂ ਨੇ ਹੀ ਉਸਨੂੰ ਮਾਰ ਦਿੱਤਾ। ਔਰ ਫਿਰ ਸਾਰੇ ਜਿਹੜੇ ਬਾਕੀ ਦੇ ਸੀਗੇ ਉਹਨਾਂ ਦੇ ਸਰਦਾਰ ਇਕੱਠੇ ਹੋਏ ਔਰ ਸਰਦਾਰ ਇਕੱਠੇ ਹੋ ਕੇ ਫਿਰ ਦਾਊਦ ਦੇ ਕੋਲ ਆਏ ਔਰ ਉਹਨਾਂ ਨੇ ਦਾਊਦ ਨੂੰ ਬੇਨਤੀ ਕੀਤੀ ਕਿ ਤੂੰ ਹੁਣ ਸਾਰੇ ਇਜ਼ਰਾਈਲ ਦੇ ਉੱਤੇ ਰਾਜ ਕਰ, ਕਿਉਂਕਿ ਪ੍ਰਭੂ ਨੇ ਤੈਨੂੰ ਸਾਡਾ ਰਾਜਾ ਹੋਣ ਦੇ ਲਈ ਚੁਣਿਆ। ਤੈਨੂੰ ਸਾਡਾ ਰਾਜਾ ਹੋਣ ਦੇ ਲਈ ਚੁਣਿਆ। ਸੋ ਅਮੋਨੀਆ ਦੇ ਉੱਤੇ ਜਿੱਤ, ਸਾਰੀਆਂ ਜਿੱਤਾਂ ਤੋਂ ਬਾਅਦ ਇਸ ਵੇਲੇ ਦਾਊਦ ਖੁਸ਼ ਆ ਪ੍ਰਭੂ ਤੋਂ। ਪ੍ਰਭੂ ਦਾਊਦ ਤੋਂ ਖੁਸ਼ ਆ, ਦਾਊਦ ਪ੍ਰਭੂ ਤੋਂ ਖੁਸ਼ ਆ। ਦੋਨਾਂ ਦੇ ਵਿੱਚ ਇੱਕ ਖੁਸ਼ੀ ਦਾ ਰਿਸ਼ਤਾ ਚੱਲਦਾ ਪਿਆ। ਲੇਕਿਨ ਪਾਪ ਕਿਸੇ ਨੂੰ ਛੱਡਦਾ, ਪਾਪ ਤੋਂ ਅਸੀਂ ਲੁਕ ਨਹੀਂ ਸਕਦੇ। ਪਾਪ ਤੇ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਮਨੁੱਖ ਪਾਪ ਦੇ ਉੱਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਪਾਪ ਗੇੜੇ ਮਾਰਦਾ, ਇਹ ਛੱਡਦਾ ਨਹੀਂ ਇਨਸਾਨ। ਦਾਊਦ ਦਾ ਜਿਹੜਾ ਹੁਣ ਤੱਕ ਦਾ ਸਮਾਂ ਆ, ਇਹ ਖੁਸ਼ੀ ਦਾ ਸਮਾਂ, ਜਿਸ ਲਈ ਸੁਬਾਹ ਨੂੰ ਉੱਠਦਾ ਆ, ਜਿੱਥੇ ਜਾਂਦਾ ਆ, ਲੋਕ ਦਾਊਦ ਦੇ ਮੂਹਰੇ ਝੁਕਦੇ ਆ, ਦੁਸ਼ਮਣ ਦਾਊਦ ਦੇ ਮੂਹਰੇ ਝੁਕਦੇ ਆ। ਬੱਚਿਆਂ ਦੇ ਨਾਂ ਦਾਊਦ ਦੇ ਨਾਂ ਦੇ ਪਿੱਛੇ ਰੱਖੇ ਜਾ ਰਹੇ। ਬਾਕੀ ਦੇ ਕਬੀਲਿਆਂ ਦੇ ਵਿੱਚ ਬੱਚਿਆਂ ਦੇ ਨਾਂ ਦਾਊਦ ਦੇ ਨਾਂ ਦੇ ਪਿੱਛੇ ਰੱਖੇ ਜਾ ਰਹੇ। ਸਭ ਦਾਊਦ ਤੋਂ ਖੁਸ਼, ਪ੍ਰਭੂ ਦਾਊਦ ਤੋਂ ਖੁਸ਼। ਹੁਣ ਅਸੀਂ ਕੱਲ ਨੂੰ ਜਿਹੜਾ ਪੜ੍ਹਨਾ, ਅਸੀਂ ਇਹ ਦੇਖਣਾ ਕਿ ਦਾਊਦ ਜਿਸ ਲਈ ਪਾਪ ਦੇ ਵਿੱਚ ਡਿੱਗਿਆ ਤੇ ਮੂੰਹ ਪਰ ਨਹੀਂ ਡਿੱਗਿਆ। ਔਰ ਕਦੀ ਵੀ ਇਸ ਚੀਜ਼ ਦਾ ਕਮਾਂਡ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿ ਮੈਂ ਪਾਪ ਦੇ ਵਿੱਚ ਨਹੀਂ ਡਿੱਗ ਸਕਦਾ। ਪਾਪ ਕਿਸੇ ਨੂੰ ਨਹੀਂ ਛੱਡਦਾ। ਪਾਪ ਦੇ ਸਮੁੰਦਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਉਹ ਜਿਹੜੀ ਗੰਦਗੀ ਆ ਉਹ ਸਾਡੇ ਅੰਦਰ ਹੈਗੀ ਆ। ਪ੍ਰਭੂ ਦਾ ਸ਼ੁਕਰ ਆ ਕਿ ਜਿਸਨੀ ਦੇਰ ਤੱਕ ਅਸੀਂ ਨਮਰ ਹੋ ਕੇ ਉਹਦੀਆਂ ਹੱਥਾਂ ਦੇ ਵਿੱਚ ਰਹਿੰਦੇ ਹਾਂ, ਉਹਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਸਵੇਰ ਨੂੰ ਆਪਣੇ ਆਪ ਨੂੰ ਉਹਦੀਆਂ ਹੱਥਾਂ ਦੇ ਵਿੱਚ ਦੇ ਕੇ ਤੁਰਦੇ ਹਾਂ ਕਿ ਪ੍ਰਭੂ ਮੈਂ ਇਸ ਦੇ ਯੋਗ ਨਹੀਂ। ਜੇ ਤੂੰ ਮੇਰੇ ਨਾਲ ਅੱਜ ਨਾ ਜਾਏ ਤੇ ਮੈਂ ਇਹ ਜਿਸਮ, ਇਹ ਮਨ, मेरी सोच मेरे को ऐसे काम कराएगी जो मेरे लिए शर्मिंदगी का कारण होंगे, मेरे परिवार की लिए शर्मिंदगी का कारण होंगे, मेरी चर्च के लिए शर्मिंदगी का कारण होंगे, जिहड़ी तू मैनूं बख्शे। हर रोज अपने आप नूं उस दे विच छुपा के तुरना पैंदा और हर पल याद रखना पैंदा कि मैं किसी वेले भी पाप दे विच डिग सकदा। जिद्दां असीं कार चलाउने आ ते स्टीयरिंग दे उत्ते हत्थ रखदे आ और सानू हमेशा हुंदा कि अगर मैं बेध्यान ना होया तो मैं कुछ ना कुछ कर सकदा। इसे तरह जिंदगी जिहड़ी है ना उसनूं लैके चलना पैंदा, प्रभु नूं नाल लैके चलना पैंदा। जिद्दां अजकल दीयां कारां जिहड़ियां होणगीਆਂ ਉਹ ਪਹਿਲਾਂ ਨੋਇਸ ਜਿਹਾ ਲਾ ਪੈਂਦੀਆਂ ਕਰਨ कि तू गलत जा रही है, तेरे खब्बे पासे कोई आ रहा, कार नूं इधर नूं ना मोड़ी, इधर नूं ना मोड़ी, बीप करन लग पैंदियां।
ਰਾਈਟ। ਇਸ ਤਰ੍ਹਾਂ ਪ੍ਰਭੂ ਸਾਡੇ ਨਾਲ ਚੱਲਦਾ, ਏਦਾਂ ਆਤਮਾ ਸਾਨੂੰ ਨਾਲ ਲੈ ਕੇ ਚੱਲਦੀ ਔਰ ਸਾਨੂੰ ਉਹ ਇੱਧਰ ਖੱਬੇ ਸੱਜੇ ਅੱਗੇ ਪਿੱਛੇ ਤੋਂ ਇਸ ਤਰ੍ਹਾਂ ਬਚਾ ਕੇ ਰੱਖਦਾ ਔਰ ਫਿਰ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲਦੇ ਹਾਂ। ਸੋ ਇਹ ਹੁਣ ਜਿਹੜਾ ਉਹਦੀ ਜ਼ਿੰਦਗੀ ਦਾ ਗੋਲਡਨ ਟਾਈਮ ਆ ਉਹ ਹੁਣ ਪੂਰਾ ਹੋ ਗਿਆ ਔਰ ਦਾਊਦ ਨੇ ਹੁਣ ਦਾਊਦ ਬਣ ਕੇ ਦਿਖਾਉਣਾ। ਦਾਊਦ ਨੇ ਹੁਣ ਦਾਊਦ ਬਣ ਕੇ ਦਿਖਾਉਣਾ। ਸੋ ਕੱਲ ਨੂੰ ਅਸੀਂ ਅਗਲੇ ਚੈਪਟਰ ਤੋਂ ਸ਼ੁਰੂ ਕਰਾਂਗੇ। ਕੱਲ ਨੂੰ ਅਸੀਂ 11 ਚੈਪਟਰ ਤੋਂ ਸ਼ੁਰੂ ਕਰਾਂਗੇ ਔਰ ਫਿਰ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਪਾਪ, ਮੌਤ, ਮਾਫੀ, ਦਇਆ, ਨਮਰਤਾ, ਇਹਨਾਂ ਚੀਜ਼ਾਂ ਨੂੰ ਅਸੀਂ ਚੱਲਦੇ ਹਾਂ। ਆਓ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਧੰਨ ਉਹ ਇਨਸਾਨ ਜੋ ਪ੍ਰਭੂ ਜੀ ਜੰਗ 'ਚ ਤੈਨੂੰ ਲੈ ਕੇ ਜਾਂਦਾ, ਜੋ ਆਪਣੀ ਬੁੱਧੀ ਨੂੰ ਲੈ ਕੇ ਨਹੀਂ ਜਾਂਦਾ, ਆਪਣੀ ਸਮਝ ਨੂੰ ਲੈ ਕੇ ਨਹੀਂ ਜਾਂਦਾ, ਜੋ ਤੇਰੇ ਕੋਲੋਂ ਬੁੱਧੀ ਮੰਗਦਾ, ਜੋ ਤੇਰੇ ਕੋਲੋਂ ਰਾਖੀ ਮੰਗਦਾ, ਜੋ ਤੇਰੇ ਕੋਲੋਂ ਜਿੱਤ ਮੰਗਦਾ ਔਰ ਉਹ ਕਹਿੰਦਾ ਪ੍ਰਭੂ ਤੂੰ ਮੇਰੇ ਨਾਲ ਚੱਲ, ਜੇ ਤੂੰ ਮੇਰੇ ਨਾਲ ਜਾਏਗਾ ਤੇ ਫਿਰ ਜਿੱਤ ਮੇਰੀ ਹੋਵੇਗੀ। ਪਿਆਰੇ ਪ੍ਰਭੂ, ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਜਿਸ ਤਰ੍ਹਾਂ ਤੂੰ ਦਾਊਦ ਦੇ ਨਾਲ ਬਣਿਆ ਰਿਹਾ, ਇਸੇ ਤਰ੍ਹਾਂ ਪ੍ਰਭੂ ਜੀ ਤੂੰ ਮੇਰੇ ਭੈਣਾਂ ਭਰਾਵਾਂ ਦੇ ਨਾਲ ਬਣਿਆ ਰਿਹਾ। ਤੇਰਾ ਰਹਿਮ, ਤੇਰੀ ਦਇਆ, ਤੇਰੀ ਕਿਰਪਾ ਪ੍ਰਭੂ ਜੀ ਸਾਡੇ ਲਈ ਔਰ ਸਾਡੇ ਬੱਚਿਆਂ ਦੇ ਉੱਤੇ ਬਣੀ ਰਹੇ। ਤੂੰ ਪ੍ਰਭੂ ਜੀ ਨਵਾਂ ਸਾਲ ਦੇ ਵਿੱਚ ਨਵੀਆਂ ਬਰਕਤਾਂ ਮੇਰੇ ਭੈਣਾਂ ਭਰਾਵਾਂ ਨੂੰ ਦੇ, ਇੱਕ ਨਵੀਂ ਨਜ਼ਦੀਕੀ ਇਹਨਾਂ ਨੂੰ ਦੇ, ਆਪਣੀ ਹਜ਼ੂਰੀ ਦੇ। ਇਹ ਸਭ ਕੁਛ ਅਸੀਂ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਬਹੁਤ ਹੀ ਇੰਪੋਰਟੈਂਟ ਹਿੱਸਾ ਜਿਹੜਾ ਦਾਊਦ ਦੀ ਜ਼ਿੰਦਗੀ ਦਾ ਉਸ ਨੂੰ ਦੇਖਾਂਗੇ।